ਸਤਨਾਮ। ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਲਹਿਣੈ ਦੀ ਫੇਰ ਆਈਐ, ਨਾਨਕਾ ਦੋਹੀ ਖਟੀਐ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਝੁਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਰਹਿ ਜੇ ਗੁਰ ਫੁਰਮਾਇਆ, ਸਿਲ ਜੋਗ ਆਲੂਣੀ ਚਟੀਐ। ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨ ਆਵੀ ਖਟੀਐ। ਖਰਚੇ ਦਿੱਤ ਖਸਮ ਦੀ, ਆਪ ਖਹਿਦੀ ਖੈਰ ਦਬਟੀਐ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਚ ਜੇ ਗੁਰ ਫੁਰਮਾਇਆ, ਕਿਉ ਏਦੂ ਬੋਲੋ ਹਟੀਐ। ਉਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ। ਦਿਲ ਖੋਟੇ ਆਕੀ ਫਿਰਨਾ, ਬਨ ਭਾਰ ਉਚਾਇਨ ਛਟੀਐ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥਟੀਐ। ਕੌਣ ਹਾਰੇ ਕਿਨ ਉਵਟੀਐ, ਕੌਣ ਹਾਰੇ ਕਿਨ ਉਵਟੀਐ। ਸਜਣ ਸਚਾ ਪਾਤਸ਼ਾਹ, ਸਿਰ ਸਾਂਧੈ ਸਾਹ। ਜਿਸ ਪਾਸ ਬੈਠਿਆ ਸੋਹੀਐ,
ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗਰੂਰ। ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਆਸਾ ਦੀ ਵਾਰ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਐਸੀ ਬਾਣੀ ਦੀ ਦਾਤ ਮਹਾਰਾਜ ਨੇ ਬਖਸ਼ੀ ਹੈ ਜੋ ਮਨ ਦੀਆਂ ਆਸਾਂ ਪੂਰੀਆਂ ਕਰਨ ਵਾਲੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਖਸ਼ਿਆ ਹੈ। ਜੋ ਗੁਰੂ ਕਾਲ ਤੋਂ ਹੀ ਇਹ ਬਾਣੀ ਗੁਰੂ ਘਰਾਂ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਪੜ੍ਹੀ ਜਾਂਦੀ ਹੈ। ਐਸੀ ਪਵਿੱਤਰ ਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਇਸ ਵੇਲੇ ਗੁਰਮੁਖੋ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਵਿਚਾਰ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਬੈਠੇ ਹਾਂ। ਸੋ ਜਿੱਥੇ ਆਪਾਂ ਸਰੀਰ ਕਰਕੇ ਬੈਠੇ ਹਾਂ ਉੱਥੇ ਮਨ ਕਰਕੇ ਬੈਠੀਏ ਤੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫੇਰ ਵਸਾਇਆ ਫੇਰ ਆਣਾ ਸਤਿਗੁਰ ਖਾਡੂਰ। ਸਾਹਿਬ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸਿਫਤ ਕਰਦੇ ਪਏ। ਭਾਈ ਸੱਤਾ ਤੇ ਭਾਈ ਬਲਵੰਡਾ ਜੀ ਗੁਰੂ ਘਰ ਦੇ ਕੀਰਤਨੀਏ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ। ਇੱਕ ਵਾਰ ਇਹਨਾਂ ਨੇ ਮਹਾਰਾਜ ਸਾਹਿਬ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡੀ ਛੋਟੀ ਭੈਣ ਦਾ ਵਿਆਹ ਹੈ, ਕਿਰਪਾ ਕਰਕੇ ਸਾਨੂੰ ਮਾਇਆ ਦੀ ਲੋੜ ਹੈ। ਅਸੀਂ ਆਪ ਜੀ ਦੇ ਘਰ ਦੇ ਕੀਰਤਨੀਏ ਹਾਂ। ਮਹਾਰਾਜ ਸਾਹਿਬ ਜੀਆਂ ਨੇ ਬਚਨ ਸੁਣ ਕੇ ਆਖਿਆ, ਕਹਿਣ ਲੱਗੇ ਜਿੰਨੀ ਮਾਇਆ ਚਾਹੀਦੀ ਹੈ ਦੱਸੋ ਭਾਈ ਮਿਲ ਜਾਏਗੀ। ਮਨ ਵਿੱਚ ਲਾਲਚ ਆ ਜਾਂਦਾ ਵਿਅਕਤੀ ਦੇ। ਕਹਿਣ ਲੱਗੇ ਮਹਾਰਾਜ ਨਹੀਂ, ਵਿਸਾਖੀ 'ਤੇ ਜਿੰਨੀ ਸੰਗਤ ਤੁਹਾਡੇ ਦਰਸ਼ਨ ਕਰਨ ਵਾਸਤੇ ਆਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਸੰਗਤ ਮੱਥਾ ਟੇਕੇਗੀ ਤੁਹਾਨੂੰ ਉਹ ਸਾਰੀ ਮਾਇਆ ਸਾਨੂੰ ਦੇ ਦਿਓ। ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਘਰ ਦੇ ਨਾਲ ਸ਼ਰਤ ਨਹੀਂ ਬੰਨੀ ਦੀ ਹੈ, ਪਰ ਵਾਰ-ਵਾਰ ਆਪਣੇ ਬਚਨ 'ਤੇ ਹੀ ਟਿਕੇ ਰਹਿ। ਨਹੀਂ ਮਹਾਰਾਜ ਸਾਨੂੰ ਤੇ ਤੁਹਾਡੇ ਅੱਗੇ ਜਿਹੜਾ ਮੱਥਾ ਟਿਕਿਆ ਹੈ ਚੜਾਵਾ ਚੜਿਆ ਉਹੀ ਚਾਹੀਦਾ ਹੈ। ਗੁਰਮੁਖੋ ਦੇਵਨੇਤ ਇਹੋ ਜਿਹੀ ਵਰਤੀ ਹੈ ਕਿ 100 ਰੁਪਈਏ ਤੋਂ ਵੱਧ ਚੜਾਵਾ ਹੋਇਆ ਹੀ ਨਾ। ਬਾਰਿਸ਼ ਪੈਣ ਕਰਕੇ ਸੰਗਤਾਂ ਬਹੁਤ ਘੱਟ ਆਈਆਂ। ਜਦੋਂ ਮਹਾਰਾਜ ਜੀਆਂ ਨੇ ਉਹ ਪੈਸੇ ਇਹਨਾਂ ਨੂੰ ਫੜਾਏ ਲੜ ਪਏ, ਝਗੜਾ ਕਰਨ ਲੱਗ ਪਏ। ਮਹਾਰਾਜ ਤੁਸੀਂ ਸਾਡੇ ਨਾਲ ਮਖੌਲ ਕਰਦੇ ਪਏ ਹੋ, ਇੰਨੇ ਥੋੜ੍ਹੇ ਪੈਸਿਆਂ ਵਿੱਚ ਵਿਆਹ ਕਿਵੇਂ ਹੋ ਸਕਦਾ ਹੈ। ਝਗੜਾ ਕਰਕੇ ਚਲੇ ਗਏ। ਅਗਲੇ ਦਿਨ ਕੀਰਤਨ ਕਰਨ ਵਾਸਤੇ ਨਹੀਂ ਆਏ। ਗੁਰੂ ਪਾਤਸ਼ਾਹ ਨੇ ਪਹਿਲਾਂ ਸਿੱਖ ਭੇਜੇ, ਫਿਰ ਮਹਾਰਾਜ ਆਪ ਗਏ ਲੈਣ ਵਾਸਤੇ। ਇਹ ਭਾਈ ਸੱਤਾ ਤੇ ਭਾਈ ਬਲਵੰਡਾ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਪਣੇ ਘਰ ਵਿੱਚ ਆਇਆ ਵੇਖ ਕੇ ਉੱਠ ਕੇ ਖੜ੍ਹੇ ਵੀ ਨਹੀਂ ਹੋਏ। ਮਹਾਰਾਜ ਸਾਹਿਬ ਜੀ ਨੂੰ ਬੈਠਣ ਵਾਸਤੇ ਵੀ ਨਹੀਂ ਆਖਿਆ ਹੈ। ਮਹਾਰਾਜ ਦੇ ਵੱਲ ਇਹਨਾਂ ਮੂੰਹ ਤੱਕ ਨਹੀਂ ਕੀਤਾ, ਨੀਵੀਆਂ ਪਾ ਕੇ ਬੈਠੇ ਰਹੇ।
ਐਸਾ ਨਰਾਦਰ ਪਾਤਸ਼ਾਹ ਦਾ ਕੀਤਾ। ਪਰ ਮਹਾਰਾਜ ਅਜਰ ਜਰਨ ਵਾਲੇ ਇੱਥੇ ਹੀ ਬਸ ਨਹੀਂ, ਫਿਰ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰ ਦਿੱਤੀ। ਵੱਡਿਆਂ ਗੁਰਾਂ ਦਾ ਨਾਮ ਲੈ ਲੈ ਕੇ ਆਖਣ ਲੱਗੇ ਉਹਨਾਂ ਨੂੰ ਜਾਣਦਾ ਕੋਈ ਨਹੀਂ, ਅਸੀਂ ਕੀਰਤਨ ਕੀਤਾ ਮਰਾਸੀਆਂ ਨੇ ਤਾਂ ਗੁਰੂ ਦੀ ਪ੍ਰਸਿੱਧੀ ਹੋਈ ਹੈ। ਇਹ ਬਚਨ ਸੁਣ ਕੇ ਪਾਤਸ਼ਾਹ ਨੇ ਆਖਿਆ ਤੁਸੀਂ ਫਿਟਕ ਗਏ ਹੋ। ਇਹਨਾਂ ਬਚਨ ਕਹਿ ਕੇ ਆ ਗਏ। ਸਤਿਗੁਰਾਂ ਦੇ ਬਚਨ ਦੇ ਨਾਲ ਸਰੀਰਾਂ ਉੱਪਰ ਕੋੜ ਹੋ ਗਿਆ, ਗਲੇ ਇਹਨਾਂ ਦੇ ਪੱਕ ਗਏ। ਹੁਣ ਇਹਨਾਂ ਦਾ ਕੀਰਤਨ ਸੁਣਦਾ ਕੋਈ ਨਹੀਂ ਹੈ। ਸਤਿਗੁਰੂ 68 ਘਾਟ 'ਤੇ ਆ ਕੇ ਸਥਾਨ 'ਤੇ ਬੈਠ ਕੇ ਸਿੱਖਾਂ ਨੂੰ ਕਹਿੰਦੇ ਲਿਆਓ ਭਾਈ ਸਾਜ। ਜਿਹੜੀ ਕੀਰਤਨ ਦੀ ਦਾਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਬਖਸ਼ੀ ਹੈ, ਉਹੀ ਅੱਜ ਅਸੀਂ ਕੀਰਤਨ ਦੀ ਦਾਤ ਆਪਣੇ ਸਿੱਖਾਂ ਨੂੰ ਬਖਸ਼ਾਂਗੇ। ਇਹ ਬਚਨ ਕਹਿ ਕੇ ਆਪ ਮਹਾਰਾਜ ਜੀਆਂ ਨੇ ਸਰੰਦਾ ਹੱਥ ਵਿੱਚ ਲਿਆ ਹੈ। ਕਿਸੇ ਨੇ ਉਸ ਵੇਲੇ ਮਿਰਦੰਗ ਫੜਿਆ ਹੈ, ਕਿਸੇ ਨੇ ਤਾਨਪੁਰਾ ਫੜਿਆ ਹੈ। ਸਿੱਖਾਂ ਨੇ ਕੀਰਤਨ ਕੀਤਾ, ਸਮਾਧੀਆਂ ਲੱਗ ਗਈਆਂ, ਐਸਾ ਰਸ ਤੇ ਆਨੰਦ ਆਇਆ। ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਕੀਰਤਨ ਦੀ ਸਮਾਪਤੀ ਕਰਦਿਆਂ ਆਖਿਆ ਅੱਜ ਤੋਂ ਬਾਅਦ ਇਹ ਕੀਰਤਨ ਸਾਡੇ ਸਿੱਖ ਹੀ ਕਰਿਆ ਕਰਨਗੇ, ਇਕੱਲੇ ਮਰਾਸੀਆਂ ਦੇ ਕੋਲੇ ਦਾਤ ਨਹੀਂ ਰਵੇਗੀ। ਐਸੀ ਬਖਸ਼ਿਸ਼ ਕਰ ਦਿੱਤੀ। ਭਾਈ ਸੱਤਾ ਬਲਵੰਡਾ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ, ਬਖਸ਼ਾਉਣ ਵਾਸਤੇ ਮਹਾਰਾਜ ਦੇ ਕੋਲ ਭਾਈ ਲੱਧਾ ਪਰਉਪਕਾਰੀ ਲਾਹੌਰ ਦਾ ਰਹਿਣ ਵਾਲਾ ਉਹਨੂੰ ਨਾਲ ਲੈ ਕੇ ਆਏ ਨੇ। ਸਤਿਗੁਰੂ ਪਾਤਸ਼ਾਹ ਤੋਂ ਬਖਸ਼ਾਉਣ ਦਾ ਬਚਨ ਕੀਤਾ। ਮਹਾਰਾਜ ਕਹਿੰਦੇ ਭਾਈ ਤੁਸੀਂ ਵੱਡਿਆਂ ਸਤਿਗੁਰਾਂ ਦੀ ਨਰਾਦਰੀ ਦੇ ਬਚਨ ਕੀਤੇ ਨੇ, ਇਸ ਕਰਕੇ ਹੁਣ ਗੁਰੂ ਪਾਤਸ਼ਾਹ ਦੀ ਸਿਫਤ ਕਰੋ ਤਾਂ ਇਹ ਤੁਹਾਡਾ ਰੋਗ ਦੁੱਖ ਦੂਰ ਹੋਵੇਗਾ। ਕਹਿਣ ਲੱਗੇ ਮਹਾਰਾਜ ਫਿਰ ਸਾਨੂੰ ਐਸੀ ਸ਼ਕਤੀ ਦਿਓ, ਐਸੀ ਤਾਕਤ ਦਿਓ, ਐਸੀ ਆਤਮ ਵਿਸ਼ੈਣੀ ਮਤ ਦੇ ਦਿਓ ਵੀ ਅਸੀਂ ਮਹਾਰਾਜ ਜੀ ਸਤਿਗੁਰਾਂ ਦੀ ਸਿਫਤ ਕਰ ਸਕੀਏ। ਗੁਰੂ ਪਾਤਸ਼ਾਹ ਨੇ ਕਲਮ ਇਹਨਾਂ ਦੀ ਜ਼ੁਬਾਨ ਉੱਪਰ ਫੇਰੀ। ਆਪਣੇ ਹਸਤ ਕਮਲਾਂ ਵਿੱਚ ਪਾਤਸ਼ਾਹ ਜੀ ਨੇ ਕਲਮ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੱਤੇ ਬਲਵੰਡੇ ਦੀ ਜ਼ੁਬਾਨ ਦੇ ਉੱਪਰ ਕਲਮ ਫੇਰ ਕੇ ਆਖਿਆ ਇਹ ਇਸ ਸਿਫਤ ਇਸ ਜ਼ੁਬਾਨ ਦੇ ਨਾਲ ਕਰੋ। ਫਿਰ ਇਹਨਾਂ ਗੁਰਮੁਖਾਂ ਨੇ ਇਹ ਬਾਣੀ ਉਚਾਰੀ ਹੈ ਜਿਸ ਨੂੰ ਆਪਾਂ ਰਾਮਕਲੀ ਦੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮਾਖੀ ਨੂੰ ਪੜ੍ਹਦੇ ਹਾਂ। 8 ਪੌੜੀਆਂ ਇਸ ਵਾਰ ਦੀਆਂ ਨੇ, 4 ਪੌੜੀਆਂ ਗੁਰੂ ਨਾਨਕ ਸਾਹਿਬ ਦੀਆਂ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸਾਂਝੀ ਸਿਫਤ ਕੀਤੀ ਹੈ। ਅੱਜ ਆਪਾਂ 5ਵੀਂ ਪੌੜੀ ਸਰਵਨ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਦੀ ਹੁਣੇ ਵਡਿਆਈ ਕਰਦੇ ਪਏ। ਸੋ ਪਾਤਸ਼ਾਹ ਫਰਮਾਉਂਦੇ ਹਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਆਂ ਦੇ ਪਿਤਾ ਜੀ ਦਾ ਨਾਮ ਬਾਬਾ ਫੇਰੂ ਮੱਲ ਜੀ ਹੈ। ਮਾਤਾ ਜੀ ਦਾ ਨਾਮ ਮਾਤਾ ਸਭਰਾਈ ਜੀ ਹੈ। ਇਤਿਹਾਸ ਦੇ ਵਿੱਚ ਮਾਤਾ ਜੀਆਂ ਦੇ 2-3 ਨਾਮ ਆਏ ਨੇ। ਸੋ ਇਹ ਸਤਿਗੁਰਾਂ ਦੇ ਮਾਤਾ ਪਿਤਾ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਜਿਹੜਾ ਨਾਮ ਪਰਿਵਾਰ ਦੇ ਵੱਲੋਂ ਉਹ ਭਾਈ ਲਹਿਣਾ ਸਾਹਿਬ ਜੀ ਰੱਖਿਆ ਗਿਆ ਸੀ। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਗੁਰਮੁਖੋ ਦੇਸਾਂ ਦਸੰਤਰਾਂ ਦੀ ਯਾਤਰਾ ਕਰਦਿਆਂ ਹੋਇਆਂ ਸੋ ਇਹ ਮੱਤੇ ਦੀ ਸਰਾਂ ਦੇ ਵਿੱਚ ਮਹਾਰਾਜ ਪਹੁੰਚੇ ਨਾ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਜਨਮ ਸਥਾਨ ਹੈ ਮੱਤੇ ਦੀ ਸਰਾਂ, ਜਿਸ ਨੂੰ ਨਾਂਗੇ ਦੀ ਸਰਾਂ ਕਿਹਾ ਜਾਂਦਾ, ਮੁਕਤਸਰ ਦੇ ਬਿਲਕੁਲ ਨੇੜੇ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਇਸ ਧਰਤੀ 'ਤੇ ਚਰਨ ਪਾਉਂਦੇ ਪਏ ਉਸ ਵੇਲੇ ਬਾਬਾ ਫੇਰੂ ਮੱਲ ਜੀ ਅਤੇ ਮਾਤਾ ਸਭਰਾਈ ਜੀ ਦੋਨਾਂ ਨੇ ਜਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਬੇਨਤੀ ਕੀਤੀ। ਕਹਿਣ ਲੱਗੇ ਸਤਿਗੁਰੂ ਘਰ ਵਿੱਚ ਸੰਤਾਨ ਨਹੀਂ ਹੈ, ਆਪ ਕਿਰਪਾ ਕਰੋ ਸਾਡੇ ਘਰ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਇਹ ਬਚਨ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਵਰ ਬਖਸ਼ਿਸ਼ ਕੀਤਾ। ਕਹਿਣ ਲੱਗੇ ਬਾਬਾ ਫੇਰੂ ਮੱਲ ਜੀ ਤੁਹਾਡੇ ਘਰ ਦੇ ਵਿੱਚ ਐਸਾ ਪੁੱਤਰ ਪ੍ਰਾਪਤ ਹੋਵੇਗਾ ਜੋ ਸਾਡੀ ਗੁਰਤਾ ਗੱਦੀ ਦਾ ਮਾਲਕ ਹੋਵੇਗਾ। ਅਸੀਂ ਆਪਣੀ ਗੁਰਤਾ ਗੱਦੀ ਦਾ ਮਾਲਕ ਤੁਹਾਨੂੰ ਬਖਸ਼ਿਸ਼ ਕਰਦੇ ਹਾਂ। ਇਹ ਵਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਭਾਈ ਲਹਿਣਾ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਉਸ ਵੇਲੇ ਬਖਸ਼ਿਸ਼ ਕੀਤਾ। ਸਮਾਂ ਬਤੀਤ ਹੋਇਆ 1504 ਦੇ ਵਿੱਚ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜਿਨ੍ਹਾਂ ਦਾ ਪਹਿਲਾ ਨਾਮ ਗੁਰਮੁਖੋ ਭਾਈ ਲਹਿਣਾ ਜੀ ਹੈ, ਮੱਤੇ ਕੀ ਸਰਾਂ ਵਿਖੇ ਸੋ ਬਾਬਾ ਫੇਰੂ ਮੱਲ ਜੀਆਂ ਦੇ ਘਰ ਨੂੰ ਭਾਗ ਲਾਉਂਦਿਆਂ ਮਾਤਾ ਸਾਹਿਬ ਮਾਤਾ ਸਭਰਾਈ ਜੀ ਦੇ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਸੰਸਾਰ ਦੇ ਵਿੱਚ ਅਵਤਾਰ ਲੈ ਕੇ ਆਏ। ਕੁਝ ਸਮਾਂ ਮਹਾਰਾਜ ਸਾਹਿਬ ਜੀ ਇੱਥੇ ਰਹਿ
ਗੁਰਮੁਖੋ ਉਸ ਵੇਲੇ ਦੇਸ਼ ਦੇ ਵਿੱਚ ਬੜਾ ਭਾਰੀ ਗਦਰ ਮਚਿਆ ਹੋਇਆ। ਸੋ ਜਿਹੜੇ ਬਲੋਚ ਸਨ ਉਹਨਾਂ ਦੀਆਂ ਧਾੜਾਂ ਹੀ ਚੜ੍ਹ ਕੇ ਆਉਂਦੀਆਂ, ਨਗਰਾਂ ਨੂੰ ਲੁੱਟ ਲਿਆ ਜਾਂਦਾ, ਬੜਾ ਭਾਰੀ ਦੁੱਖ ਦਿੱਤਾ ਜਾਂਦਾ। ਸਤਿਗੁਰਾਂ ਦਾ ਪਰਿਵਾਰ ਬਾਬਾ ਫੇਰੂ ਮੱਲ ਜੀ ਜਦੋਂ ਵੇਖਿਆ ਵੀ ਇਹ ਲੋਕ ਨਗਰ ਉਜਾੜਦੇ ਪਏ ਨੇ, ਬੜਾ ਭਾਰੀ ਦੁੱਖ ਦਿੰਦੇ ਪਏ, ਉਸ ਵੇਲੇ ਇਸ ਮੱਤੇ ਦੀ ਸਰਾਂ ਨੂੰ ਛੱਡ ਕੇ ਹਰੀਕੇ ਨਗਰ ਦੇ ਵਿੱਚ ਆ ਕੇ ਮਹਾਰਾਜ ਸਾਹਿਬ ਜੀ ਦਾ ਪਰਿਵਾਰ ਰਹਿਣ ਲੱਗ ਪਿਆ, ਜਿਸ ਨੂੰ ਆਪਾਂ ਹਰੀਕਾ ਪੱਤਨ ਵੀ ਕਹਿ ਦਿੰਦੇ ਹਾਂ। ਕੁਝ ਸਮਾਂ ਇੱਥੇ ਰਹਿ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਭੈਣ ਹੈ, ਨਾਮ ਹੈ ਸੋ ਉਸ ਵੇਲੇ ਬੀਬੀ ਭਰਾਈ ਜੀ, ਉਹ ਖਡੂਰ ਸਾਹਿਬ ਦੇ ਵਿੱਚ ਵਿਆਹੇ ਹੋਏ ਸਨ। ਫਿਰ ਉਹ ਬੇਨਤੀ ਕਰਕੇ ਸਤਿਗੁਰਾਂ ਦੇ ਪਿਤਾ ਨੂੰ ਤੇ ਖਡੂਰ ਸਾਹਿਬ ਦੇ ਵਿੱਚ ਲੈ ਕੇ ਆਏ। ਇੱਥੇ ਮਹਾਰਾਜ ਸਾਹਿਬ ਜੀ ਰਹਿੰਦਿਆਂ ਸਮਾਂ ਬਤੀਤ ਕੀਤਾ। ਗੁਰਮੁਖੋ ਖਡੂਰ ਸਾਹਿਬ ਦੇ ਨੇੜੇ ਹੀ ਨਗਰ ਹੈ ਜਿਸ ਨੂੰ ਸੰਗਰਕੋਟ ਕਿਹਾ ਜਾਂਦਾ ਹੈ। ਇਹ ਮਹਾਰਾਜ ਸਾਹਿਬ ਜੀ ਦਾ ਸਹੁਰਾ ਪਿੰਡ ਹੈ। ਦੇਵੀ ਚੰਦ ਨਾਮ ਦਾ ਵਿਅਕਤੀ ਹੈ, ਉਹਦੀ ਪੁੱਤਰੀ ਹੈ ਬੀਬੀ ਖੀਵੀ ਜੀ, ਇੱਕੋ ਹੀ ਸੰਤਾਨ ਹੈ ਘਰ ਦੇ ਵਿੱਚ। ਸੋ ਉਹਨਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਭਾਈ ਲਹਿਣਾ ਸਾਹਿਬ ਜੀ ਨੂੰ ਕਰ ਦਿੱਤਾ ਅਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਦਾ ਸਬੰਧ ਜਿਹੜਾ ਸੀ ਉਹ ਸੰਗਰ ਪਿੰਡ ਦੇ ਨਾਲ ਬਣਿਆ। ਕੁਝ ਸਮਾਂ ਪਾਤਸ਼ਾਹ ਸੰਗਰ ਨਗਰ ਦੇ ਵਿੱਚ ਰਹਿ ਭਾਈ ਦੇਵੀ ਚੰਦ ਜੀ ਆਪਣੀ ਉਮਰਾਂ ਪੂਰੀ ਕਰਕੇ ਸੰਸਾਰ ਤੋਂ ਚਲੇ ਗਏ। ਬਾਬਾ ਫੇਰੂ ਮੱਲ ਜੀ ਸਤਿਗੁਰਾਂ ਦੇ ਪਿਤਾ, ਉਹ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਫਾਨੀ ਸੰਸਾਰ ਤੋਂ ਸੋ ਕੂਚ ਕਰਕੇ ਸੱਚਖੰਡ ਸਾਹਿਬ ਵਿਖੇ ਜਾ ਕੇ ਬਿਰਾਜਮਾਨ ਹੋ ਗਏ। ਸੋ ਪਾਤਸ਼ਾਹ ਉਸ ਵੇਲੇ ਭਾਈ ਲਹਿਣਾ ਸਾਹਿਬ ਜੀ ਦੇ ਰੂਪ ਦੇ ਵਿੱਚ ਸ਼ਾਹੂਕਾਰੇ ਦਾ ਕੰਮ ਜਿਹੜਾ ਸੀ ਉਹ ਕਰਿਆ ਕਰਦੇ ਅਤੇ ਇਸ ਤਰ੍ਹਾਂ ਇੱਕ ਸੰਗ ਲੈ ਕੇ ਨਾਲ ਜਿਹੜਾ ਹੈ ਉਹ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ। ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਮਹਾਰਾਜ ਸਾਹਿਬ ਜੀ ਦੇ ਜਿਹੜੇ ਸਹੁਰਾ ਸਾਹਿਬ ਸਨ ਦੇਵੀ ਚੰਦ, ਉਹ ਖਡੂਰ ਸਾਹਿਬ ਦੇ ਵਿੱਚੋਂ ਇੱਕ ਜਥਾ ਲੈ ਕੇ ਜਵਾਲਾ ਜੀ ਦੇ ਦਰਸ਼ਨ ਕਰ, ਜਵਾਲਾ ਨਾਮ ਦੀ ਇੱਕ ਦੇਵੀ ਹੈ, ਸੋ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ। ਕਈਆਂ ਗੁਰਮੁਖ ਵਿਦਵਾਨਾਂ ਦਾ ਵਿਚਾਰ ਇਹ ਹੈ ਵੀ ਮਹਾਰਾਜ ਦੇ ਪਿਤਾ ਬਾਬਾ ਫੇਰੂ ਮੱਲ ਜੀ ਜਾਇਆ ਕਰਦੇ। ਸੋ ਜਦੋਂ ਇਹ ਦੋਨੇ ਹੀ ਗੁਰਮੁਖ ਚੜ੍ਹਾਈ ਕਰ ਗਏ, ਮਹਾਰਾਜ ਜੀ ਦੇ ਸਹੁਰਾ ਸਾਹਿਬ ਔਰ ਪਿਤਾ ਜੀ ਵੀ, ਉਹ ਜ਼ਿੰਮੇਵਾਰੀਆਂ ਫਿਰ ਸਤਿਗੁਰਾਂ ਦੇ ਉੱਪਰ ਆ ਕੇ ਪੈ ਗਈਆਂ। ਸਾਰੇ ਸੰਗੀ ਸਾਥੀਆਂ ਨੇ ਆਖਿਆ ਵੀ ਸਾਨੂੰ ਤੁਸੀਂ ਹੁਣ ਦੇਵੀ ਦੇ ਦਰਸ਼ਨ ਕਰਾਉਣ ਵਾਸਤੇ ਮੋਹਰੀ ਬਣ ਕੇ ਨਾਲ ਜਾਇਆ ਕਰੋ। ਇੱਕ ਦਿਨ ਭਾਈ ਲਹਿਣਾ ਸਾਹਿਬ ਜੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਾ ਰਹੇ, ਰਸਤੇ ਵਿੱਚ ਕੀ ਵੇਖਦੇ ਪਏ, ਭਾਈ ਜੋਧ ਜੀ ਬੈਠੇ ਹੋਏ ਨਿਤਨੇਮ ਕਰਦੇ ਪਏ। ਇਹ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬੜੇ ਅਨੰਨ ਸਿੱਖ ਸਨ, ਬੜੇ ਪ੍ਰੇਮੀ ਸਨ। ਭਾਈ ਜੋਧ ਜੀ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਖਡੂਰ ਸਾਹਿਬ ਆਪ ਆਏ ਚਰਨ ਪਾਉਣ ਵਾਸਤੇ। ਗੁਰਦੁਆਰਾ ਤਪਿਆਣਾ ਸਾਹਿਬ ਬਣਿਆ, ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ। ਇਹ ਤਪਿਆਣਾ ਸਾਹਿਬ ਗੁਰੂ ਘਰ ਬਣਿਆ ਹੋਇਆ ਖਡੂਰ ਸਾਹਿਬ। ਮਹਾਰਾਜ ਨੇ ਇੱਥੇ ਚਰਨ ਪਾ ਕੇ ਭਾਈ ਜੋਧ ਅਤੇ ਸੰਗਤਾਂ ਨੂੰ ਮਹਾਰਾਜ ਨੇ ਨਜ਼ਰੋ ਨਜ਼ਰੀ ਨਿਹਾਲ ਕੀਤਾ। ਬੜੇ ਪ੍ਰੇਮੀ ਨੇਮੀ ਸਿੱਖ ਨੇ ਭਾਈ ਜੋਧ ਜੀ। ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਪਏ, ਉਹ ਬਾਣੀ ਦੇ ਬਚਨ ਭਾਈ ਲਹਿਣਾ ਸਾਹਿਬ ਜੀ ਦੇ ਕੰਨਾਂ ਵਿੱਚ ਪਏ। ਬੜਾ ਆਨੰਦ ਆਇਆ, ਬੜੀ ਸ਼ਾਂਤੀ ਪ੍ਰਾਪਤ ਹੋਈ ਹੈ। ਭਾਈ ਜੋਧ ਜੀ ਨੂੰ ਪੁੱਛਿਆ ਕਿ ਭਾਈ ਪਿਆਰਿਆ, ਇਹ ਜਿਹੜੇ ਤੁਸੀਂ ਬਚਨ ਪੜ੍ਹਦੇ ਪਏ ਇਹ ਕਿਹਨਾਂ ਦੇ ਬਚਨ ਹਨ? ਭਾਈ ਜੋਧ ਜੀ ਕਹਿਣ ਲੱਗੇ ਵੀ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਮੈਂ ਪੜ੍ਹਦਾ ਪਿਆ ਹਾਂ। ਸੋ ਭਾਈ ਲਹਿਣਾ ਜੀ ਕਹਿੰਦੇ ਬੜਾ ਆਨੰਦ ਆਇਆ, ਸਤਿਗੁਰੂ ਕਿੱਥੇ ਰਹਿੰਦੇ ਨੇ? ਤੇ ਭਾਈ ਜੋਧ ਜੀ ਨੇ ਦੱਸਿਆ ਵੀ ਉਹ ਇਸ ਵੇਲੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਹੋਏ ਨੇ। ਦੇਸਾਂ ਦਸੰਤਰਾਂ ਦਾ ਰਟਨ ਕਰਕੇ ਇੱਥੇ ਆ ਕੇ ਆਪ ਜੀ ਨੇ ਚੌਂਕੜਾ ਲਾਇਆ ਹੈ। ਸੋ ਭਾਈ ਉਸ ਵੇਲੇ ਲਹਿਣਾ ਸਾਹਿਬ ਜੀ ਕਹਿਣ ਲੱਗੇ ਵੀ ਹੁਣ ਜਦੋਂ ਯਾਤਰਾ ਜਾਵਾਂਗੇ ਨਾ, ਪਹਿਲਾਂ ਕਰਤਾਰਪੁਰ ਸਾਹਿਬ ਹੀ ਜਾਵਾਂਗੇ, ਦਰਸ਼ਨ ਕਰਕੇ ਫਿਰ ਅੱਗੇ ਜਾਵਾਂਗੇ। ਇਸ ਤਰ੍ਹਾਂ ਭਾਈ ਲਹਿਣਾ ਜੀ ਇਸ ਵਾਰੀ ਆਪਣਾ ਸੰਗ ਲੈ ਕੇ, ਸਾਥੀਆਂ ਨੂੰ ਨਾਲ ਲੈ ਕੇ ਗੁਰਮੁਖੋ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਗਏ। ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰਸ਼ਨ ਕਰਕੇ ਨਾਨਕ ਨਦਰੀ ਨਦਰ ਨਿਹਾਲ ਹੋ ਗਏ ਦਰਸ਼ਨ ਕਰਕੇ। ਸੋ ਉਸ ਵੇਲੇ ਕੀ ਕੌਤਕ ਵੇਖਿਆ ਹੈ ਕਿ ਅੰਮ੍ਰਿਤ ਵੇਲੇ ਇੱਕ ਬੀਬੀ ਲਾਲ ਸੂਹੇ ਕੱਪੜੇ ਪਾ ਕੇ ਧਰਮਸ਼ਾਲਾ ਦੇ ਬਾਰ-ਬਾਰ ਝਾੜੂ ਫੇਰਦੀ ਪਈ ਹੈ। ਭਾਈ ਲਹਿਣਾ ਸਾਹਿਬ ਜੀ ਦੀ ਨਿਗਾਹ ਪਈ, ਪੁੱਛਿਆ ਇਸ ਬੀਬੀ ਨੂੰ, ਕਹਿਣ ਲੱਗੇ ਤੁਸੀਂ ਕੌਣ ਹੋ? ਇਹ ਅੰਮ੍ਰਿਤ ਵੇਲੇ ਇੰਨੀ ਭਾਰੀ ਸੇਵਾ ਕਰਨ ਵਿੱਚ ਜੁਟੇ ਹੋਏ ਹੋ। ਉਸ ਬੀਬੀ ਨੇ ਆਖਿਆ, ਕਹਿਣ ਲੱਗੀ ਭਾਈ ਲਹਿਣਿਆ,
ਜਿਸ ਦੇਵੀ ਦੇ ਤੁਸੀਂ ਦਰਸ਼ਨ ਕਰਨ ਵਾਸਤੇ ਚੱਲੇ ਹੋ, ਮੈਂ ਉਹੀ ਦੇਵੀ ਹਾਂ। ਮੈਂ ਆਪਣਾ ਰੂਪ ਬਦਲ ਕੇ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਸੇਵਾ ਕਰਦੀ ਹਾਂ। ਇੱਥੋਂ ਮੈਨੂੰ ਦਾਤਾਂ ਮਿਲਦੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚੋਂ। ਉਹ ਦਾਤਾਂ ਫਿਰ ਜਦੋਂ ਮੇਰੇ ਭਗਤ ਮੇਰੇ ਦਰ 'ਤੇ ਆਉਂਦੇ, ਉਹ ਗੁਰੂ ਨਾਨਕ ਦੇ ਪਾਤਸ਼ਾਹ ਦੀਆਂ ਲਈਆਂ ਦਾਤਾਂ ਮੈਂ ਅੱਗੇ ਆਪਣੇ ਭਗਤਾਂ ਵਿੱਚ ਵੰਡ ਦਿੰਦੀ ਹਾਂ। ਭਾਈ ਲਹਿਣਾ ਸਾਹਿਬ ਜੀ ਨੇ ਬਚਨ ਸੁਣਿਆ, ਜਿਸ ਦੇ ਦਰਸ਼ਨ ਕਰਨ ਅਸੀਂ ਚੱਲੇ ਹਾਂ, ਉਹ ਤੇ ਆਪ ਇੱਥੇ ਆ ਕੇ ਮੰਗਤੀ ਬਣ ਕੇ ਦਾਤ ਲੈਂਦੀ ਹੈ। ਫਿਰ ਐਸੇ ਸਤਿਗੁਰੂ ਨੂੰ ਕਿਉਂ ਛੱਡ ਕੇ ਜਾਣਾ ਚਾਹੀਦਾ ਹੈ। ਭਾਈ ਲਹਿਣਾ ਸਾਹਿਬ ਜੀ ਆਪ ਉੱਥੇ ਹੀ ਗੁਰੂ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਸੇਵਾ ਵਿੱਚ ਉਸ ਵੇਲੇ ਤਤਪਰ ਹੋ ਗਏ। ਇਤਿਹਾਸ ਵਿੱਚ ਬਚਨ ਆਉਂਦਾ ਗੁਰਮੁਖੋ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਨਾ ਵੀ 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਨੇ ਗਾਗਰ ਢੋਣ ਦੀ ਸੇਵਾ, ਜਲ ਲਿਆਉਣ ਦੀ ਸੇਵਾ ਕੀਤੀ ਹੈ। ਗੁਰੂ ਅੰਗਦ ਸਾਹਿਬ ਨੇ ਵੀ ਇੱਕ ਦਿਨ ਸੇਵਾ ਨਹੀਂ ਕੀਤੀ ਹੈ। 7 ਸਾਲ ਗੁਰੂ ਅੰਗਦ ਦੇ ਪਾਤਸ਼ਾਹ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਰਹਿ ਕੇ ਬੜੀ ਭਾਰੀ ਕਠਿਨ ਸੇਵਾ ਕੀਤੀ ਹੈ। ਸੇਵਾ ਦੇ ਨਾਲ ਨਾਲ ਗੁਰਮੁਖੋ ਬਚਨ ਮੰਨਣਾ, ਇਹ ਸਭ ਤੋਂ ਵੱਡੀ ਸੇਵਾ। ਪਿੱਛੇ ਆਪਾਂ ਬਚਨ ਪੜ੍ਹਿਆ ਸੀ ਨਾ, ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ। ਜੋ ਗੁਰੂ ਪਾਤਸ਼ਾਹ ਬਚਨ ਕਰਦੇ, ਉਹ ਬਚਨ ਮੰਨਣਾ ਬੜਾ ਔਖਾ ਹੈ। ਮੁਰਦਾ ਖਾਨ ਦਾ ਬਚਨ ਤੱਕ ਹੋ ਗਿਆ, ਪਰ ਐਸੇ ਬਚਨ ਮੰਨਣ ਤੋਂ ਵੀ ਆਪ ਪਿੱਛੇ ਨਹੀਂ ਹਟੇ। 7 ਸਾਲ ਦੀ ਭਾਰੀ ਕਠਿਨ ਸੇਵਾ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਪ੍ਰਸੰਨਤਾ ਪ੍ਰਾਪਤ ਕਰਦਿਆਂ ਹੋਇਆਂ ਆਪ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਭਾਈ ਲਹਿਣਾ ਸਾਹਿਬ ਜੀ ਤੋਂ ਆਪ ਜੀ ਦਾ ਨਾਮ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ, ਜਦੋਂ ਭਾਈ ਲਹਿਣਾ ਜੀ ਮੁਰਦਾ ਖਾਣ ਵਾਸਤੇ ਤਿਆਰ ਹੋ ਗਏ ਨਾ, ਗੁਰੂ ਨਾਨਕ ਦੇ ਪਾਤਸ਼ਾਹ ਇੰਨੇ ਖੁਸ਼ ਹੋਏ ਕਿ ਉਸ ਵੇਲੇ ਭਾਈ ਲਹਿਣਾ ਜੀ ਨੂੰ ਬਾਂਹ ਤੋਂ ਫੜ ਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਆਪਣੇ ਗਲ ਦੇ ਨਾਲ ਲਾ ਲਿਆ, ਆਪਣੀ ਜੱਫੀ ਵਿੱਚ ਲੈ ਲਿਆ, ਆਪਣੇ ਅੰਗਾਂ ਦੇ ਨਾਲ ਲਾ ਕੇ ਆਖਿਆ, ਭਾਈ ਲਹਿਣਾ ਜੀ ਅੱਜ ਤੋਂ ਸਾਡੇ ਅੰਗਾਂ ਨਾਲ ਲਾ ਕੇ ਤੁਸੀਂ ਅੰਗਦ ਬਣ ਗਏ ਹੋ। ਇਹ ਦਾਤ, ਇਹ ਵਰ ਬਖਸ਼ਿਸ਼ ਕਰਦਿਆਂ ਗੁਰਤਾ ਗੱਦੀ 'ਤੇ ਆਪ ਜੀ ਨੂੰ ਟਿਕਾਇਆ। ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ, ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਹੁਣ ਤੁਸੀਂ ਇੱਥੇ ਚਲੇ ਜਾਓ, ਹੁਣ ਤੁਸੀਂ ਕਰਤਾਰਪੁਰ ਸਾਹਿਬ ਦੇ ਵਿੱਚ ਨਹੀਂ ਰਹਿਣਾ ਹੈ। ਮਹਾਰਾਜ ਕਿੱਥੇ ਚਲੇ ਜਾਈਏ? ਕਹਿਣ ਲੱਗੇ, ਤੁਸੀਂ ਹੁਣ ਖਡੂਰ ਸਾਹਿਬ ਜਾ ਕੇ ਆਪਣੇ ਨਗਰ ਵਿੱਚ ਜਾ ਕੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਇਸ ਤਰ੍ਹਾਂ ਬਚਨ ਹੁਕਮ ਮੰਨ ਕੇ ਭਾਵੇਂ ਆਉਣ ਨੂੰ ਮਨ ਨਹੀਂ ਕਰਦਾ ਹੈ। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ, ਮਰ ਚੱਲੀਐ ਧ੍ਰਿਗ ਜੀਵਨ ਸੰਸਾਰ, ਤਾਕੈ ਪਾਛੈ ਜੀਵਨਾ। ਐਸਾ ਪ੍ਰੇਮ ਹੈ ਗੁਰੂ ਮਹਾਰਾਜ ਜੀ ਦਾ। ਪਰ ਹੁਕਮ ਮੰਨਣਾ, ਜਿਹੜੇ ਹੁਕਮ ਮੰਨ ਕੇ ਮੁਰਦਾ ਖਾਣ ਵਾਸਤੇ ਤਿਆਰ ਨੇ, ਉਹ ਹੁਕਮ ਮੰਨ ਕੇ ਕਰਤਾਰਪੁਰ ਸਾਹਿਬ ਨੂੰ ਛੱਡ ਕੇ ਖਡੂਰ ਸਾਹਿਬ ਆਉਣ ਵਾਸਤੇ ਕਿਉਂ ਨਹੀਂ ਤਿਆਰ ਹੋਣਗੇ? ਭਾਵੇਂ ਕਿ ਇਹ ਬਚਨ ਸਭ ਤੋਂ ਵੱਡਾ ਕਠਿਨ ਔਖਾ ਬਚਨ ਹੈ, ਪਰ ਫਿਰ ਵੀ ਮੰਨ ਕੇ ਤਿਆਰ ਹੋ ਕੇ ਆਪ ਖਡੂਰ ਸਾਹਿਬ ਆ ਗਿਆ। ਆ ਕੇ ਮਨ ਨਹੀਂ ਲੱਗਦਾ ਹੈ। ਇੱਥੇ ਸਤਿਗੁਰਾਂ ਦੀ ਰਿਸ਼ਤੇਦਾਰੀ ਦੇ ਵਿੱਚ ਇਹ ਬੀਬੀ ਭਰਾਈ ਜੀ ਜਿਹੜੇ ਸਨ, ਸੋ ਉਹਨਾਂ ਦੇ ਕੋਲ ਆ ਕੇ ਆਖਿਆ, ਸਾਡਾ ਤੇ ਸਤਿਗੁਰਾਂ ਬਿਨਾਂ ਮਨ ਹੀ ਨਹੀਂ ਲੱਗਦਾ ਹੈ। ਅਸੀਂ ਬਚਨ ਮੰਨ ਕੇ ਤੇ ਆ ਗਏ ਹਾਂ। ਇੱਕ ਕਮਰੇ ਦੇ ਵਿੱਚ ਮਹਾਰਾਜ ਬੈਠ ਗਏ, ਕਮਰਾ ਬਾਹਰੋਂ ਅੰਦਰੋਂ ਬੰਦ ਕਰਵਾ ਲਿਆ, ਸਾਨੂੰ ਕੋਈ ਬੁਲਾਵੇ ਨਾ, ਸਮਾਧੀ ਲਾ ਕੇ ਟਿਕ ਕੇ ਬੈਠ ਗਏ। ਗੁਰਮੁਖੋ 6 ਮਹੀਨੇ ਮਹਾਰਾਜ ਉਸ ਕਮਰੇ ਵਿੱਚ ਸਮਾਧੀ ਵਿੱਚ ਲਿਵਲੀਨ ਰਹੇ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾ ਗਏ, ਸਾਰੀ ਕਿਰਿਆ ਕਰਨ ਤੋਂ ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੇ ਸੰਗਤਾਂ ਲੱਭਦੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦੂਜੀ ਜੋਤ ਗੁਰੂ ਅੰਗਦ ਸਾਹਿਬ ਜੀਆਂ ਨੂੰ ਖਡੂਰ ਸਾਹਿਬ ਪਹੁੰਚੇ। ਆ ਕੇ ਪੁੱਛਿਆ ਕਿ ਗੁਰੂ ਅੰਗਦ ਸਾਹਿਬ ਪਾਤਸ਼ਾਹ ਕਿੱਥੇ ਨੇ? ਉਸ ਵੇਲੇ ਬੀਬੀ ਭਰਾਈ ਜੀਆਂ ਨੇ ਕੁਝ ਦੱਸਿਆ ਨਹੀਂ ਹੈ, ਕਿਉਂਕਿ ਬਚਨ ਸੀ ਮਹਾਰਾਜ ਦਾ ਵੀ ਕਿਸੇ ਨੂੰ ਦੱਸਣਾ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਵੀ ਇੱਕ ਕਮਰਾ 4 ਚੁਫੇਰੇ ਤੋਂ ਹੀ ਬੰਦ ਹੈ, ਜਾਣਿਆ ਵੀ ਇਹਦੇ ਵਿੱਚ ਹੀ ਹੋਣਗੇ। ਉਸ ਵੇਲੇ ਕਮਰੇ ਦੀ ਦੀਵਾਰ ਤੋੜ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਤੇ ਸੰਗਤਾਂ ਸਮੇਤ ਮੱਥਾ ਟੇਕਿਆ। ਨਾਲ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਆਪ ਇਸ ਤਰ੍ਹਾਂ ਇਕਾਂਤ ਵਿੱਚ ਇਕੱਲੇ ਨਾ ਬੈਠੋ, ਸੰਗਤਾਂ ਦੇ ਵਿੱਚ ਬੈਠਿਆ ਕਰੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਵੇਂ ਦੂਰ ਦੂਰ ਤੱਕ ਜਾ ਕੇ ਉਪਦੇਸ਼ ਦੇ ਕੇ ਸੰਗਤਾਂ ਦਾ ਭਲਾ ਕੀਤਾ ਹੈ, ਆਪ ਜੀ ਵੀ ਸੰਗਤਾਂ ਦਾ ਭਲਾ ਕਰੋ ਮਹਾਰਾਜ ਉਪਦੇਸ਼ ਦੇ ਕੇ। ਇਸ ਤਰ੍ਹਾਂ ਭਾਈ ਬੁੱਢਾ ਸਾਹਿਬ ਜੀ ਤੇ ਸੰਗਤਾਂ ਨੇ ਬੇਨਤੀ ਕਰਕੇ ਪਾਤਸ਼ਾਹ ਜੀ ਨੂੰ
ਨਗਰ ਦੇ ਵਿੱਚ ਫਿਰ ਸਾਰੀਆਂ ਸੰਗਤਾਂ ਵਿੱਚ ਦਰਸ਼ਨ ਦੇਣ ਵਾਸਤੇ ਬਿਰਾਜਮਾਨ ਕੀਤਾ। ਸੋ ਉਹ ਬਚਨ ਕਰਦੇ ਪਏ, ਕਹਿਣ ਲੱਗੇ ਫੇਰ ਵਸਾਇਆ ਫੇਰ ਆਨ। ਬਾਬਾ ਫੇਰੂ ਜੀ ਪਿਤਾ ਨੇ ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੇ, ਗੁਰੂ ਅੰਗਦ ਸਾਹਿਬ ਪੁੱਤਰ ਨੇ ਬਾਬਾ ਫੇਰੂ ਜੀਆਂ ਦੇ। ਆਨ ਨਾਮ ਪੁੱਤਰ ਦਾ ਹੈ, ਫੇਰੂ ਆਨ। ਬਾਬਾ ਫੇਰੂ ਜੀਆਂ ਦੇ ਆਣ ਕਹੀਏ ਜੋ ਸੁਪੁੱਤਰ ਹਨ, ਉਹਨਾਂ ਨੇ ਫਿਰ ਖਡੂਰ ਸਾਹਿਬ ਦੇ ਵਿੱਚ ਚਰਨ ਪਾ ਕੇ ਇਸ ਖਡੂਰ ਸਾਹਿਬ ਦੀ ਧਰਤੀ ਨੂੰ, ਨਗਰ ਨੂੰ ਵਸਾਉਣਾ ਕੀਤਾ, ਆਬਾਦ ਕੀਤਾ। ਸਤ ਸੰਤੋਖ ਦਇਆ ਧਰਮ ਇਤਿਆਦਿਕ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਇੱਥੇ ਰਹਿ ਕੇ ਕੀਤੀਆਂ। ਗੁਰਮੁਖੋ ਇੱਥੇ ਇੱਕ ਤਪਾ ਰਹਿੰਦਾ ਹੈ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਬੜਾ ਭਾਰੀ ਈਰਖਾ ਕਰਦਾ ਹੈ। ਇਹਦਾ ਵਿਚਾਰ ਇਹ ਸੀ ਵੀ ਗੁਰੂ ਜਿਹੜਾ ਹੈ ਨਾ ਉਹ ਗ੍ਰਸਤੀ ਨਹੀਂ ਹੋਣਾ ਚਾਹੀਦਾ, ਵਿਹੰਗਮ ਹੋਣਾ ਚਾਹੀਦਾ ਹੈ। ਪਰ ਇਹ ਜਿਹੜੇ ਗੁਰੂ ਮੇਰੇ ਨਗਰ ਵਿੱਚ ਬੈਠ ਗਏ ਇਹ ਤੇ ਗ੍ਰਸਤੀ ਨੇ, ਗੁਰੂ ਕਾਹਦੇ ਹੋਏ? ਈਰਖਾ ਕਰਦਾ ਹੈ। ਸਮਾਂ ਬਤੀਤ ਹੋਇਆ, ਇੱਕ ਦਿਨ ਖਹਿਰੇ ਜੱਟਾਂ ਨੇ ਜਾ ਕੇ ਆਖਿਆ ਜੋਗੀ ਜੀ ਮੀਂਹ ਨਹੀਂ ਪੈਂਦਾ, ਬੜੀ ਔੜ ਲੱਗੀ ਹੈ। ਉਸ ਵੇਲੇ ਇਹ ਜਿਹੜਾ ਤਪਾ ਸੀ ਕਹਿਣ ਲੱਗਾ ਮੀਂਹ ਕਿਵੇਂ ਪਵੇ, ਤੁਸੀਂ ਤੇ ਗ੍ਰਸਤੀ ਬੰਦੇ ਨੂੰ ਆਪਣੇ ਨਗਰ ਵਿੱਚ ਗੁਰੂ ਬਣਾ ਕੇ ਬਿਠਾਇਆ ਹੋਇਆ ਹੈ, ਇਹ ਤੇ ਬੜਾ ਭਾਰੀ ਤੁਸੀਂ ਪਾਪ ਕਰਦੇ ਪਏ ਹੋ। ਜੇ ਮੀਂਹ ਪਵਾਉਣਾ ਚਾਹੁੰਦੇ ਹੋ ਤੇ ਗੁਰੂ ਨੂੰ ਬਾਹਰ ਕੱਢੋ, ਫਿਰ ਮੈਂ ਮੀਂਹ ਪਵਾ ਦਿਆਂਗਾ। ਸੋ ਉਸ ਵੇਲੇ ਇਹ ਜਿਹੜੇ ਜੱਟ ਜ਼ਿਮੀਂਦਾਰ ਇਹਨਾਂ ਨੂੰ ਆਪਣੀ ਲੋੜ ਦੇ ਨਾਲ ਹੀ ਮਤਲਬ ਹੈ। ਸੋ ਉਸ ਵੇਲੇ ਆਪਣੀ ਲੋੜ ਜਾਣ ਕੇ ਸਤਿਗੁਰਾਂ ਨੂੰ ਆ ਕੇ ਆਖਿਆ ਮਹਾਰਾਜ ਜੀ ਮੀਂਹ ਨਹੀਂ ਪੈਂਦਾ ਪਿਆ, ਜਾਂ ਤੇ ਆ ਮੀਂਹ ਪਵਾਓ, ਨਹੀਂ ਤੇ ਤਪਾ ਕਹਿੰਦਾ ਵੀ ਨਗਰ ਤੋਂ ਬਾਹਰ ਹੋ ਜਾਓ। ਸਤਿਗੁਰੂ ਪਾਤਸ਼ਾਹ ਅਯਰ ਸ਼ਕਤੀਆਂ ਨੂੰ ਜਰਨ ਵਾਲੇ ਐਸਾ ਬਚਨ ਸੁਣ ਕੇ, ਨਗਰ ਵੀ ਗੁਰਮੁਖੋ ਮਹਾਰਾਜ ਦਾ ਆਪਦਾ ਹੈ, ਕਿਸੇ ਪਰਾਏ ਨਗਰ ਵਿੱਚ ਨਹੀਂ ਬੈਠੇ ਹਨ। ਸਾਨੂੰ ਬੜਾ ਹਮਾ ਦਾਵਾ ਹੁੰਦਾ ਨਾ ਆਪਣੇ ਪਿੰਡ ਦਾ, ਆਪਣੇ ਲੋਕਾਂ ਦਾ। ਸੋ ਇਹ ਬਚਨ ਜਦੋਂ ਆਖੇ ਤੇ ਮਹਾਰਾਜ ਕਹਿੰਦੇ ਚਲੋ ਭਾਈ ਤੁਹਾਡੀ ਮਰਜ਼ੀ ਹੈ, ਜਿੱਥੇ ਤੁਹਾਡਾ ਮਨ ਕਰਦਾ ਸਾਨੂੰ ਛੱਡ ਆਓ। ਇਹਨਾਂ ਲੋਕਾਂ ਨੇ ਪਲੰਘਾ ਚੁੱਕਿਆ, ਜਿੱਥੇ ਖਾਨ ਛਾਪਰੀ ਦਾ ਸਥਾਨ ਬਣਿਆ ਨਾ ਗੁਰਮੁਖੋ, ਭਾਈ ਮੀਆਂ ਜੀ ਦੀ ਜਿੱਥੇ ਝੌਂਪੜੀ ਹੈ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਿਹਾਲ ਕੀਤਾ, ਜੰਗਲ ਬੀਆਬਾਨ, ਉੱਥੇ ਜਾ ਕੇ ਮਹਾਰਾਜ ਦਾ ਮੰਜਾ ਰੱਖ ਦਿੱਤਾ। ਫਿਰ ਆ ਗਿਆ ਤਪੇ ਦੇ ਕੋਲ, ਮੀਂਹ ਪਵਾਓ ਮੀਂਹ ਪਵਾਓ, ਪਰ ਮੀਂਹ ਪੈਂਦਾ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਉਸ ਵੇਲੇ ਮਹਾਰਾਜ ਦਾ ਹੁਕਮ ਮੰਨ ਕੇ ਗੋਇੰਦਵਾਲ ਨਗਰ ਵਸਾਉਂਦੇ ਪਏ ਸਨ। ਔਰ ਮਹਾਰਾਜ ਨੇ ਹੁਕਮ ਲਿਆ ਸੀ ਗੁਰੂ ਅੰਗਦ ਸਾਹਿਬ ਤੋਂ ਵੀ ਮਹਾਰਾਜ ਮੈਂ ਰੋਜ਼ ਤੁਹਾਡੇ ਦਰਸ਼ਨ ਕਰਨ ਵਾਸਤੇ ਆਵਾਂ ਕਰਾਂਗਾ, ਰੋਜ਼ ਮੈਨੂੰ ਦਰਸ਼ਨ ਦੇਣ ਦੀ ਆਗਿਆ ਦਿਓ। ਇਹ ਮਹਾਰਾਜ ਨੇ ਫਿਰ ਗੁਰੂ ਅੰਗਦ ਸਾਹਿਬ ਨੇ ਬਚਨ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਨੂੰ ਵੀ ਤੁਸੀਂ 24 ਘੰਟਿਆਂ ਵਿੱਚ ਦਿਨੇ ਨਾ ਰਾਤ ਨੂੰ ਗੋਇੰਦਵਾਲ ਹੀ ਰਿਹਾ ਕਰੋ ਤੇ ਦਿਨੇ ਆ ਕੇ ਦਰਸ਼ਨ ਕਰ ਲਿਆ ਕਰੋ। ਜਦੋਂ ਦਿਨ ਦਾ ਸਮਾਂ ਹੋਇਆ ਗੁਰੂ ਅਮਰਦਾਸ ਪਾਤਸ਼ਾਹ ਦਰਸ਼ਨ ਕਰਨ ਵਾਸਤੇ ਆਏ, ਵੇਖਦੇ ਮਹਾਰਾਜ ਹੈ ਹੀ ਨਹੀਂ। ਪੁੱਛਿਆ ਲੋਕਾਂ ਨੂੰ ਪਾਤਸ਼ਾਹ ਕਿੱਥੇ ਗਏ ਨੇ, ਕਹਿਣ ਲੱਗੇ ਜੀ ਇਹ ਖਹਿਰੇ ਜੱਟਾਂ ਨੇ ਆਖਿਆ ਮੀਂਹ ਪਵਾ ਦਿਓ, ਤੇ ਨਹੀਂ ਤੇ ਉਹ ਜਿਹੜਾ ਮੀਂਹ ਹੈ ਉਹ ਤਪਾ ਪਾਉਣ ਵਾਸਤੇ ਤਿਆਰ ਹੈ, ਤੇ ਮਹਾਰਾਜ ਸਾਹਿਬ ਜੀਆਂ ਨੂੰ ਅਸੀਂ ਬਾਹਰ ਕੱਢ ਆਏ ਹਾਂ। ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਉਹ ਭੋਲਿਓ, ਮੀਂਹ ਤੇ ਮਹਾਰਾਜ ਦਾ ਮਾਮੂਲੀ ਸਿੱਖ ਵੀ ਪਵਾ ਸਕਦਾ ਹੈ, ਗੁਰੂ ਤੇ ਸਮਰੱਥ ਹਨ। ਇਹ ਤੁਸੀਂ ਬੜਾ ਭਾਰੀ ਨਰਾਦਰ ਕੀਤਾ ਪਾਤਸ਼ਾਹ ਜੀਆਂ ਦਾ। ਜੇ ਮੀਂਹ ਦੀ ਗੱਲ ਹੈ, ਜਾਓ ਤਪੇ ਨੂੰ ਖਿੱਚ ਕੇ ਉਹਦੇ ਮੰਦਰ ਦੇ ਵਿੱਚੋਂ, ਉਹਦੇ ਆਸ਼ਰਮ ਦੇ ਵਿੱਚੋਂ, ਜਿੱਥੇ ਵੀ ਉਹ ਬੈਠਾ ਕੁਟੀਆ ਪਾ ਕੇ ਬਾਹਰ ਕੱਢੋ, ਜਿਹੜਾ ਜਿਹੜਾ ਪੈਲੀ ਵਿੱਚ ਲੈ ਜਾਏਗਾ ਉੱਥੇ ਮੀਂਹ ਪੈਣ ਲੱਗ ਪਵੇਗਾ। ਕਹਿਣ ਲੱਗੇ ਮਹਾਰਾਜ ਅੱਗੇ ਅਸੀਂ ਗੁਰੂ ਪਾਤਸ਼ਾਹ ਨੂੰ ਨਾਰਾਜ਼ ਕਰ ਲਿਆ, ਹੁਣ ਅਸੀਂ ਤਪੇ ਨੂੰ ਨਾਰਾਜ਼ ਕਰ ਲਈਏ। ਗੁਰੂ ਪਾਤਸ਼ਾਹ ਨੂੰ ਨਾਰਾਜ਼ ਕੀਤਾ ਤੇ ਮੀਂਹ ਤੇ ਫਿਰ ਵੀ ਨਹੀਂ ਪਿਆ, ਹੁਣ ਤਪਾ ਨਾਰਾਜ਼ ਹੋ ਗਿਆ, ਜੇ ਮੀਂਹ ਬਾਅਦ ਵਿੱਚ ਨਾ ਪਿਆ ਅਸੀਂ ਤੇ ਦੋਨੇ ਹੀ ਨਾਰਾਜ਼ ਕਰ ਲੈਣ। ਪਾਤਸ਼ਾਹ ਕਹਿਣ ਲੱਗੇ ਚਲੋ ਤੁਹਾਨੂੰ ਪਤਾ ਦੇ ਦਿੰਦੇ ਹਾਂ, ਜਦੋਂ ਤੁਸੀਂ ਜਾ ਕੇ ਤਪੇ ਦਾ ਦਰਵਾਜ਼ਾ ਖੜਕਾਓਗੇ ਉਦੋਂ ਤੁਹਾਨੂੰ ਥੋੜ੍ਹੇ ਥੋੜ੍ਹੇ ਬੱਦਲ ਗੱਜਦੇ, ਥੋੜ੍ਹੇ ਥੋੜ੍ਹੇ ਬੱਦਲ ਆਉਂਦੇ ਦਿਖਾਈ ਦੇਣ ਲੱਗ ਪੈਣਗੇ, ਫਿਰ ਯਕੀਨ ਕਰ ਲਿਓ ਵੀ ਸਾਡਾ ਬਚਨ ਪੂਰਾ ਹੁੰਦਾ। ਜਦੋਂ ਤਪੇ ਨੂੰ ਬਾਹਰ ਕੱਢੋਗੇ ਉਦੋਂ ਬਹੁਤ ਭਾਰੀ ਕਾਲੀਆਂ ਘਟਾ ਚੜ੍ਹ ਕੇ ਆ ਜਾਣਗੀਆਂ, ਜਦੋਂ ਖਿੱਚ ਕੇ ਆਪਣੀਆਂ ਪੈਲੀਆਂ ਵਿੱਚ ਲੈ ਕੇ ਜਾਓਗੇ ਮੋਲੇ ਧਾਰ ਵਰਖਾ ਹੋਵੇਗੀ। ਬਚਨ ਮੰਨ ਕੇ ਚਲੇ ਗਏ, ਦਰਵਾਜ਼ਾ ਖੜਕਾਇਆ। ਜੋਗੀ ਕਹਿੰਦਾ ਮੈਂ ਤੇ ਸਮਾਧੀ ਵਿੱਚ ਬੈਠਾ ਹਾਂ, ਮੈਂ ਤੇ ਮੰਤਰ ਪੜ੍ਹਦਾ ਪਿਆ, ਤੁਹਾਡੇ ਮੀਂਹ ਦਾ ਹੀ ਇੰਤਜ਼ਾਮ ਕਰਦਾ ਪਿਆ। ਉਸ ਵੇਲੇ ਦਰਵਾਜ਼ਾ ਖੜਕਾਇਆ, ਥੋੜ੍ਹੇ ਥੋੜ੍ਹੇ ਬੱਦਲ ਤੇ ਬੱਦਲ ਗੱਜਦਾ ਤੇ ਬੱਦਲ ਆਉਂਦੇ ਦਿਖਾਈ ਦਿੱਤੇ। ਉਹ ਜੱਟ ਹੋਰ ਮਜ਼ਬੂਤ ਹੋ ਗਿਆ ਵੀ ਬਚਨ ਪੂਰਾ ਹੋ ਰਿਹਾ ਹੈ। ਬਾਹਾਂ ਤੋਂ ਫੜਿਆ, ਤਪੇ ਨੂੰ ਬਾਹਰ ਕੱਢਿਆ।
ਬਾਹਰ ਕੱਢਿਆ, ਕਾਲੀਆਂ ਘਟਾਵਾਂ ਆ ਗਈਆਂ। ਹੁਣ ਹੋਰ ਵਿਸ਼ਵਾਸ ਹੋ ਗਿਆ ਵੀ ਬਚਨ ਪੂਰੇ ਹੋਣਗੇ। ਫਿਰ ਖਿੱਚ ਕੇ ਆਪੋ ਆਪਣੀਆਂ ਪੈਲੀਆਂ ਵਿੱਚ। ਵਿਦਵਾਨਾਂ ਦਾ ਕਥਨ ਹੈ, ਜੱਟ ਖਹਿਰਾ ਤੇ ਬਲਦ ਨਹਿਰਾ ਇਹ ਕਿਸੇ ਦੇ ਮਿੱਤਰ ਨਹੀਂ ਹੁੰਦੇ ਹਨ। ਜਦੋਂ ਮੌਕਾ ਮਿਲਦਾ ਹੈ ਨਾ, ਉਹ ਬਲਦ ਵੀ ਉਸ ਵੇਲੇ ਢੁੱਡ ਮਾਰ ਹੀ ਦਿੰਦਾ ਹੈ, ਤੇ ਜੱਟ ਖਹਿਰਾ ਵੀ ਮਿੱਤਰ ਨਹੀਂ ਬਣਦਾ। ਬੜਾ ਸਖਤ ਸੁਭਾਅ ਦਾ ਮੰਨਿਆ ਹੈ। ਖਹਿਰੇ ਗੋਤ ਨੂੰ ਜੱਟਾਂ ਦੇ ਵਿੱਚ ਰਹੋ ਵਿਚਾਰ। ਇਸ ਤਰ੍ਹਾਂ ਤਪੇ ਨੂੰ ਬੜੀ ਭਾਰੀ ਸਜ਼ਾ ਦੇ ਕੇ ਜਦੋਂ ਆਪ ਗਏ ਨਾ ਖਾਨ ਸ਼ਾਪਰੀ ਦੇ ਸਥਾਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਇਆ ਵੇਖ ਕੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਪਿੱਠ ਕਰ ਲਈ ਆਪਣੀ। ਸੱਜੇ ਪਾਸੇ ਹੋ ਕੇ ਮੱਥਾ ਟੇਕਿਆ, ਉਧਰ ਪਿੱਠ ਕਰ ਲਈ ਖੱਬੇ ਪਾਸੇ। ਫਿਰ ਪਿਛਲੇ ਪਾਸੇ ਜਾ ਕੇ ਜਿੱਧਰ ਵੀ ਮੱਥਾ ਟੇਕਦੇ ਮਹਾਰਾਜ ਪਿੱਠ ਕਰ ਲੈਂਦੇ, ਦਰਸ਼ਨ ਨਹੀਂ ਦਿੰਦੇ ਪਏ। ਉਸ ਵੇਲੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਕੀ ਵਗਿਆ ਹੋਈ ਹੈ, ਆਪ ਜੀ ਦਰਸ਼ਨ ਕਿਉਂ ਨਹੀਂ ਬਖਸ਼ਿਸ਼ ਕਰਦੇ ਪਏ? ਤੇ ਉਸ ਵੇਲੇ ਸਤਿਗੁਰਾਂ ਨੇ ਆਖਿਆ ਸੀ, ਭਾਈ ਇਹ ਜਿਹੜੀ ਤਪੇ ਨੂੰ ਸਜ਼ਾ ਦਿੱਤੀ ਹੈ ਨਾ, ਇਹ ਬੜਾ ਭਾਰੀ ਤੁਸੀਂ ਗਲਤ ਕੰਮ ਕੀਤਾ ਹੈ। ਰਜਾ ਵਿੱਚ ਰਹਿਣਾ ਚਾਹੀਦਾ ਸੀ। ਬਾਬਾ ਬੁੱਢਾ ਸਾਹਿਬ ਤੇ ਹੋਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤਪੇ ਨੇ ਵੀ ਤੇ ਆਪ ਜੀ ਦੀ ਨਿਰਾਦਰੀ ਕੀਤੀ ਹੈ ਨਾ, ਕੋਈ ਸਿੱਖ ਆਪ ਜੀ ਦੀ ਨਿਰਾਦਰੀ ਕਿਵੇਂ ਵੇਖ ਸਕਦਾ ਹੈ? ਉਸ ਨੂੰ ਦੰਡ ਦੇਣਾ ਬਣਦਾ ਹੀ ਹੈ। ਆਪ ਕਿਰਪਾ ਕਰੋ, ਛਿਮਾ ਕਰ ਦਿਓ। ਇਹ ਬਚਨ ਸੁਣ ਕੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਬਚਨ ਕੀਤਾ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆ, ਨਾਗੀ ਲੱਗੈ ਨ ਜਾਏ, ਨਾਗੀ ਲੱਗੈ ਜਾਏ, ਆਪਨ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਹੁਕਮ ਪਿਆ ਧੁਰ ਖਸਮ ਕਾ, ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹੱਕ ਨਿਆਏ। ਦੁਹਾਂ ਸਿਰਿਆਂ ਆਪੇ ਖਸਮ, ਵੇਖੈ ਕਰ ਵਿਉ ਪਾਏ, ਨਾਨਕ ਏਵੈ ਜਾਣੀਐ, ਸਭ ਕਿਛ ਤਿਸੈ ਰਜਾਏ। ਇਹ ਮਹਾਰਾਜ ਨੇ ਸ਼ਲੋਕ ਉਚਾਰ ਕੇ ਉਸ ਵੇਲੇ ਉਪਦੇਸ਼ ਦਿੱਤਾ। ਫਿਰ ਸੰਗਤਾਂ ਦੇ ਬੇਨਤੀ ਕਰਨ ਤੇ ਇਹ ਖਹਿਰੇ ਜੱਟ ਵੀ ਚਲੇ ਗਏ। ਮਹਾਰਾਜ ਕਿਰਪਾ ਕਰੋ, ਆਪ ਨਗਰ ਵਿੱਚ ਵਾਪਸ ਆਓ ਪਾਤਸ਼ਾਹ, ਸਾਡੇ ਕੋਲੋਂ ਬੜੀ ਭਾਰੀ ਭੁੱਲ ਨਿਰਾਦਰੀ ਹੋ ਗਈ ਹੈ। ਜਦੋਂ ਬੇਨਤੀ ਕੀਤੀ ਸਾਰੀ ਸੰਗਤ ਨੇ, ਸਤਿਗੁਰੂ ਖਾਨ ਸ਼ਾਪਰੀ ਦੇ ਸਥਾਨ ਤੋਂ ਫਿਰ ਵਾਪਸ ਖਡੂਰ ਸਾਹਿਬ ਦੇ ਵਿੱਚ ਆ ਕੇ ਬਿਰਾਜਮਾਨ ਹੋਏ ਸੰਗਤਾਂ ਦਾ ਭਲਾ ਕਰਨ ਵਾਸਤੇ। ਇੱਥੇ ਭਾਈ ਸੱਤਾ ਜੀ, ਭਾਈ ਬਲਵੰਡਾ ਜੀ ਬਚਨ ਕਰਦੇ ਹਨ। ਫੇਰ ਵਸਾਇਆ ਫੇਰ ਆਣ। ਬਾਬਾ ਫੇਰੂ ਜੀਆਂ ਦੇ ਸਪੁੱਤਰ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ, ਆਪ ਜੀ ਨੇ ਫਿਰ ਦੁਬਾਰਾ ਆ ਕੇ ਇਸ ਨਗਰ ਨੂੰ ਵਸਾਇਆ। ਸਤ ਸੰਤੋਖ ਦਇਆ ਧਰਮ ਦੇ ਨਾਲ ਲਪਾਲਾਪ ਭਰਪੂਰ ਕਰ ਦਿੱਤਾ। ਪਹਿਲਾਂ ਜਦੋਂ ਆਪ ਕਰਤਾਰਪੁਰ ਸਾਹਿਬ ਤੋਂ ਆਏ ਉਦੋਂ ਵੀ ਇਸ ਨਗਰ ਉੱਪਰ ਬਖਸ਼ਿਸ਼ਾਂ ਕੀਤੀਆਂ। ਦੂਜੀ ਵਾਰੀ ਖਾਨ ਸ਼ਾਪਰੀ ਦੇ ਸਥਾਨ ਤੋਂ ਆ ਕੇ ਦੁਬਾਰਾ ਫਿਰ ਇਸ ਖਡੂਰ ਸਾਹਿਬ ਨਾਮੇ ਨਗਰ ਦੇ ਉੱਪਰ ਬੜੀ ਭਾਰੀ ਆ ਬਖਸ਼ਿਸ਼ ਕਰਦੇ ਹੋ। ਸਤਿਗੁਰ ਖਡੂਰ, ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਵਿੱਤਰ ਨਗਰੀ ਹੈ ਗੁਰਮੁਖੋ, ਜਿਸ ਨੂੰ ਖਡੂਰ ਸਾਹਿਬ ਕਿਹਾ ਜਾਂਦਾ ਹੈ। ਬੜੀ ਮੁਬਾਰਕ ਧਰਤੀ ਹੈ। ਵਿਦਵਾਨਾਂ ਦਾ ਕਥਨ ਹੈ, ਇੱਥੇ 8 ਗੁਰੂ ਪਾਤਸ਼ਾਹ ਨੇ ਚਰਨ ਆਪਣੇ ਜਿਹੜੇ ਨੇ ਉਹ ਬਖਸ਼ਿਸ਼ ਕੀਤੇ ਨੇ। 8 ਗੁਰੂ ਪਾਤਸ਼ਾਹ ਨੇ ਚਰਨ ਇਸ ਧਰਤੀ ਦੇ ਉੱਪਰ ਪਾ ਕੇ ਇਸ ਧਰਤੀ ਨੂੰ ਨਿਵਾਜਿਆ ਹੈ। ਐਸਾ ਇਹ ਪਵਿੱਤਰ ਸਥਾਨ ਹੈ। 8 ਗੁਰੂ ਪਾਤਸ਼ਾਹ ਜੀਆਂ ਦੇ ਇਹ ਚਰਨ ਛੋਹ ਧਰਤੀ ਹੈ, ਜਿਸ ਨੂੰ ਖਡੂਰ ਸਾਹਿਬ ਆਖਿਆ ਜਾਂਦਾ ਹੈ। ਗੁਰੂ ਨਾਨਕ ਦੇ ਪਾਤਸ਼ਾਹ ਦਾ ਸਥਾਨ ਬਣਿਆ ਹੈ। ਗੁਰੂ ਅੰਗਦ ਸਾਹਿਬ ਆਪ ਇੱਥੇ ਰਹੇ ਨੇ। ਗੁਰੂ ਅਮਰਦਾਸ ਪਾਤਸ਼ਾਹ ਨੇ ਸੇਵਾ ਕੀਤੀ ਹੈ। ਅਤੇ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਗੋਇੰਦਵਾਲ ਰਿਹਾ ਕਰਦੇ, ਉਦੋਂ ਇੱਥੇ ਆਪ ਮੁਬਾਰਕ ਚਰਨ ਬਖਸ਼ਿਸ਼ ਕਰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਪੋਥੀਆਂ ਲੈਣ ਵਾਸਤੇ ਆਏ, ਉਦੋਂ ਚਰਨ ਬਖਸ਼ਿਸ਼ ਕੀਤੇ। ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਰਿਵਾਰਾਂ ਦੇ ਸਮੇਤ ਜਦੋਂ ਮਹਾਰਾਜ ਸਾਹਿਬ ਜੀ ਦਾ ਪਰਿਵਾਰ ਕੀਰਤਪੁਰ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਜਾਇਆ ਕਰਦਾ, ਬਾਬਾ ਗੁਰਦਿੱਤਾ ਜੀ ਉਸ ਵੇਲੇ ਗੁਰੂ ਹਰ ਰਾਏ ਪਾਤਸ਼ਾਹ ਨੇ ਇੱਥੇ ਚਰਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਧਰਤੀ ਨੂੰ ਨਿਵਾਜਦੇ ਪਏ। ਐਸੀ ਇਹ ਗੁਰਮੁਖੋ ਪਵਿੱਤਰ ਧਰਤੀ ਹੈ। ਬਚਨ ਆ ਗਿਆ ਹੈ, ਸਤਿਗੁਰਾਂ ਨੇ ਫਿਰ ਇਸ ਬਖਸ਼ਿਸ਼ ਨੂੰ ਅੱਗੇ ਬਖਸ਼ਿਸ਼ ਕੀਤਾ ਹੈ। ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗਰੂਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਪ ਤਪ ਸੰਜਮ ਇਤਿਆਦਿਕ ਜਿਹੜੇ ਸਾਧਨ ਹਨ ਪਾਤਸ਼ਾਹ ਜੀ, ਉਹ ਆਪ ਜੀ ਇੱਥੇ ਬਖਸ਼ਿਸ਼ ਕਰਦੇ ਹੋ। ਤੁਧ ਹੋਰ ਮੁਚ ਗਰੂਰ। ਅਤੇ ਇਸੇ ਤਰ੍ਹਾਂ ਜਪ ਤਪ ਸੰਜਮ ਤੁਧ, ਜਪ ਤਪ ਸੰਜਮ ਨਾਲ ਤੁਧ
ਪਾਤਸ਼ਾਹ ਜੀ ਇਹ ਜਪ, ਇਹ ਤਪ, ਇਹ ਸੰਜਮ, ਇੰਦਰੀਆਂ ਦਾ ਦਮਨ ਕਰਨਾ, ਕੰਟਰੋਲ ਕਰਨਾ, ਇਹ ਸਾਰੇ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਦੇ ਵਿੱਚ ਹਨ। ਲੱਭ ਵਣਾਹੇ ਮਾਨਸਾ। ਹੋਰ ਮੁੱਚ ਗੁਰੂਰ, ਹੋਰ ਤੋਂ ਭਾਵ ਗੁਰਮੁਖੋ ਕਿ ਹੋਰ ਜਿਹੜੇ ਨੇ, ਮੁੱਚ ਕਹੀਏ ਬਹੁਤੀ, ਗੁਰੂਰ ਕਹੀਏ ਗੌਰਵਤਾਈ। ਪਾਤਸ਼ਾਹ ਜੀਓ ਆਪ ਜੀਆਂ ਦੇ ਵਿੱਚ ਬਹੁਤੀ ਗੌਰਵਤਾਈ ਹੈ, ਬਹੁਤਾ ਗੌਰਵ ਆਪ ਜੀ ਰੱਖਣ ਵਾਲੇ ਐਸੇ ਆਪ ਜੀ ਪਾਤਸ਼ਾਹ ਸਮਰੱਥ ਹੋ। ਲੱਭ ਵਣਾਹੇ ਮਾਨਸਾ। ਸੋ ਇਸ ਤਰ੍ਹਾਂ ਇਹ ਗੁਰਮੁਖੋ ਜਿਹੜਾ ਲੱਭ ਹੈ ਨਾ, ਲੱਭ ਕੀ ਹੁੰਦਾ? ਲੱਭ ਤੇ ਲੋਭ ਦੋਸ਼ ਵਧਾਉਂਦੇ ਨੇ। ਲੋਭ ਹੁੰਦਾ ਜੋੜਨ ਦਾ, ਇਕੱਠਾ ਕਰ ਲਈਏ, ਪੁੱਤਰਾਂ ਦੇ ਕੰਮ ਆਵੇਗਾ, ਪੋਤਰਿਆਂ ਦੇ ਕੰਮ, ਪੜੋਤਰਿਆਂ ਦੇ ਕੰਮ ਆਵੇਗਾ, ਇਹਨੂੰ ਕਹਿੰਦੇ ਲੋਭ। ਕਿਸੇ ਚੀਜ਼ ਨੂੰ ਇਕੱਠਾ ਕਰਕੇ ਰੱਖੀ ਜਾਣਾ। ਲੱਭ ਹੁੰਦਾ ਹੈ ਵੀ ਜਿੰਨਾ ਰਾਸ਼ਨ ਸਾਹਮਣੇ ਪਿਆ ਬਸ ਚਾਕੀ ਦੇਵਾਂ ਫਟੇ ਦੇ ਵਾਲੇ, ਮੈਂ ਹੀ ਖਾ ਲਵਾਂ, ਮੈਂ ਆਪਣੇ ਵਾਸਤੇ ਸਾਂਭ ਕੇ ਰੱਖਾਂ, ਮੈਂ ਹੀ ਖਾਣਾ ਹੈ। ਜਿਹੜਾ ਖਾਣ ਦਾ ਬਹੁਤਾ ਲੱਭ ਹੋ ਜਾਣਾ, ਇਹਨੂੰ ਲੱਭ ਕਿਹਾ ਹੈ। ਸੋ ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਲੱਭ ਵਿਹਾਣੇ ਮਾਨਸਾ। ਸੋ ਜਿਹੜੇ ਮਾਨਸਾ ਮਨੁੱਖ ਹਨ, ਸੋ ਉਹ ਕਹਿ ਲਈਏ ਵੀ ਇਹਨਾਂ ਮਨੁੱਖਾਂ ਨੂੰ ਪਦਾਰਥਾਂ ਦਾ ਲੱਭ ਹੈ, ਤੇ ਉਹ ਪਦਾਰਥਾਂ ਦਾ ਲੱਭ ਨਾਸ਼ ਕਰ ਦਿੰਦਾ ਹੈ। ਕਿਵੇਂ ਨਾਸ਼ ਕਰਦਾ? ਫਰਮਾਉਂਦੇ ਹਨ ਜੋ ਪਾਣੀ ਬੂਰ। ਗੁਰਮੁਖੋ ਜਿਵੇਂ ਪਾਣੀ ਨੂੰ ਬੂਰ ਪੈ ਜਾਵੇ ਨਾ, ਪਾਣੀ ਆਪ ਨੇ ਵੇਖਿਆ ਨਾ ਛੱਪੜਾਂ ਦੇ ਵਿੱਚ ਤੇ ਹਰਿਆ ਜਾ ਉੱਪਰ ਜਾਲਾ ਜਿਹਾ ਪੈ ਜਾਂਦਾ, ਬੂਰ ਪੈ ਜਾਂਦਾ, ਉਹ ਪਾਣੀ ਗੰਦਾ ਹੋ ਜਾਂਦਾ, ਪਾਣੀ ਵਰਤਨਯੋਗ ਨਹੀਂ ਰਹਿ ਜਾਂਦਾ, ਬਿਮਾਰ ਪਾਣੀ ਉਸ ਨੂੰ ਗਿਣਿਆ ਜਾਂਦਾ ਹੈ। ਜਿਵੇਂ ਬੂਰ ਪਾਣੀ ਨੂੰ ਖਰਾਬ ਕਰ ਦਿੰਦਾ ਹੈ, ਮਨੁੱਖ ਨੂੰ ਪਦਾਰਥਾਂ ਦਾ ਲੱਭ ਖਰਾਬ ਕਰ ਦਿੰਦਾ ਹੈ। ਸੋ ਇਹ ਉਦਾਹਰਨ ਦਿੱਤੀ ਹੈ। ਅਸਲ ਦੇ ਵਿੱਚ ਗੁਰਮੁਖੋ ਇਹ ਆਪਣੇ ਵੱਲ ਇਸ਼ਾਰਾ ਕਰਦੇ ਪਏ ਕਿ ਮਹਾਰਾਜ ਸਾਹਿਬ ਜੀ ਤੁਸੀਂ ਤੇ ਸਾਨੂੰ ਆਖਿਆ ਸੀ ਵੀ ਜਿੰਨੀ ਮਰਜ਼ੀ ਮਾਇਆ ਲੈ ਲਵੋ, ਪਰ ਪਾਤਸ਼ਾਹ ਸਾਡੇ ਵਿੱਚ ਲੱਭ ਆ ਗਿਆ ਕਿ ਮਹਾਰਾਜ ਤੋਂ ਵਿਸਾਖੀ ਦਾ ਚੜਾਵਾ ਹੀ ਮੰਗ ਲਈਏ, ਉਹ ਮਾਇਆ ਦੀ ਗਿਣਤੀ ਕੋਈ ਨਹੀਂ ਹੋਵੇਗੀ, ਸਾਡੇ ਘਰ ਭਰ ਜਾਣਗੇ। ਪਾਤਸ਼ਾਹ ਉਹ ਅਸੀਂ ਲੱਭ ਕਰ ਬੈਠੇ ਹਾਂ, ਤੇ ਲੱਭ ਕਰਕੇ ਸਾਡੀ ਹਾਲਤ ਕੀ ਬਣੀ ਹੈ? ਸਾਡੀ ਹਾਲਤ ਇਹ ਬਣ ਗਈ ਜਿਵੇਂ ਪਾਣੀ ਨੂੰ ਬੂਰ ਖਰਾਬ ਕਰ ਦਿੰਦਾ ਹੈ, ਉਸ ਲੱਭ ਨੇ ਮਹਾਰਾਜ ਸਾਨੂੰ ਖਰਾਬ ਕਰ ਦਿੱਤਾ। ਸਾਡੇ ਸਰੀਰਾਂ ਤੇ ਕੋੜ ਹੋ ਗਿਆ ਪਾਤਸ਼ਾਹ ਜੀ, ਸਾਡੇ ਗਲੇ ਪੱਕ ਗਏ, ਸੰਘੇ ਪੱਕ ਗਏ, ਬੋਲਣ ਤੱਕ ਤੋਂ ਵੀ ਅਸਮਰੱਥ ਹੋ ਗਏ। ਰਾਗ ਗਾਉਣਾ ਤੇ ਦੂਰ ਦੀ ਗੱਲ ਹੈ, ਰਾਗ ਸੁਣਾਉਣਾ ਪੜ੍ਹਨਾ ਤੇ ਬੜੀ ਦੂਰ ਦੀ ਗੱਲ ਹੈ, ਅਸੀਂ ਤੇ ਬੋਲਣ ਤੋਂ ਵੀ ਅਸਮਰੱਥ ਹੋ ਗਏ, ਬੋਲਿਆ ਨਹੀਂ ਸੀ ਜਾਂਦਾ, ਗਲੇ ਹੀ ਪੱਕ ਗਏ, ਸਰੀਰ ਕੋੜ ਨੇ ਖਾ ਲਿਆ। ਜਿਵੇਂ ਪਾਣੀ ਨੂੰ ਬੂਰ ਖਰਾਬ ਕਰ ਦਿੰਦਾ ਹੈ, ਸਾਨੂੰ ਮਹਾਰਾਜ ਲਾਲਚ ਨੇ ਖਰਾਬ, ਲੋਭ ਨੇ, ਲੱਭ ਨੇ ਖਰਾਬ ਕਰ ਦਿੱਤਾ, ਤਾਂ ਸਾਡੀ ਐਸੀ ਹਾਲਤ ਬਣੀ ਹੈ। ਵਾਹਿ ਦਰਗਾਹ ਗੁਰੂ ਕੀ। ਪਾਤਸ਼ਾਹ ਕਹਿਣ ਲੱਗੇ ਭਾਈ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਜਿਹੜੀ ਸਤ ਸੰਗਤ ਦਰਗਾਹ ਹੈ, ਇਹ ਜਿਹੜੀ ਸਤ ਸੰਗਤ ਹੈ ਨਾ ਜਿੱਥੇ ਆਪਾਂ ਬੈਠੇ ਹਾਂ, ਇਹ ਸੰਗਤ ਵਿੱਚ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਗੁਰਮੁਖੋ ਆਪ ਆ ਕੇ ਬਿਰਾਜੇ ਹੋਏ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਮਿਲ ਕੇ ਆਖੀਏ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਗੁਰੂ ਨਾਨਕ ਸਾਹਿਬ ਆਪ ਵਸਦੇ ਆ ਕੇ, ਸੰਗਤ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਦੇ ਰੂਪ ਗੁਰੂ ਅੰਗਦ ਦੇ ਪਾਤਸ਼ਾਹ ਵਸੇ ਹੋਏ ਆ ਕੇ। ਕਹਿਣ ਲੱਗੇ ਵਰਿਆ ਦਰਗਾਹ ਗੁਰੂ ਕੀ, ਇਹ ਜਿਹੜੀ ਦਰਗਾਹ ਹੈ ਨਾ ਸਤ ਸੰਗਤ, ਇਹਦੇ ਵਿੱਚ ਗੁਰੂ ਪਾਤਸ਼ਾਹ ਆਪ ਆ ਕੇ ਬਿਰਾਜੇ ਹਨ। ਕੁਦਰਤੀ ਨੂਰ, ਕੁਦਰਤੀ ਨੂਰ ਜਿਸ ਨੂੰ ਇਲਾਹੀ ਨੂਰ ਕਿਹਾ ਜਾਂਦਾ ਹੈ, ਇਲਾਹੀ ਨੂਰ ਮਹਾਰਾਜ ਸਾਹਿਬ ਜੀ ਆਪ ਜੀ ਦੀ ਸੰਗਤ ਵਿੱਚ ਹਰ ਵੇਲੇ ਵਰਦਾ ਪਿਆ ਹੈ। ਇਹ ਜੋ ਆਪਾਂ ਕਥਾ ਸੁਣਦੇ ਪਏ ਆ ਨਾ ਗੁਰਮੁਖੋ, ਜਾਂ ਕੀਰਤਨ ਸੁਣਦੇ, ਪਾਠ ਸੁਣਦੇ ਹਾਂ, ਇਹ ਮਹਾਰਾਜ ਸਾਹਿਬ ਜੀ ਕੁਦਰਤੀ ਨੂਰ ਜਿਹੜਾ ਹੈ ਉਹ ਤੁਹਾਡੀ ਸੰਗਤ ਦੇ ਉੱਪਰ ਪੈ ਰਿਹਾ ਹੈ। ਸਾਡੇ ਹਿਰਦੇ ਸ਼ੁੱਧ ਹੋ ਰਹੇ ਨੇ, ਸਾਡੇ ਪਾਪ ਨਾਸ ਹੋ ਰਹੇ ਨੇ ਸੰਗਤ ਵਿੱਚ ਬੈਠ ਕੇ। ਇਹ ਐਸੀ ਮਹਾਨ ਸੰਗਤ ਹੈ। ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ, ਇਹ ਗੁਰੂ ਦੀ ਸੰਗਤ ਜਿਹੜੀ ਹੈ ਇਹਦੇ ਵਿੱਚ ਇਲਾਹੀ ਨੂਰ ਵਰਦਾ ਪਿਆ ਹੈ। ਜੋ ਗੁਰਬਾਣੀ ਦੀ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਇਹ ਜਿਹੜੀ ਅੰਮ੍ਰਿਤ ਦੀ ਧਾਰਾ ਨਾਮ ਦੀ ਇਹ ਵਰਸਦੀ ਪਈ ਹੈ ਸਿੱਖਾਂ ਦੇ ਉੱਪਰ। ਐਸੀ ਦਾਤ ਆ ਬਖਸ਼ਿਸ਼ ਕਰਦੇ ਹੋ। ਚਿਤ ਸੋ ਹਾਥ ਨਾ ਲੱਭਈ। ਸਤਿਗੁਰੂ ਪਾਤਸ਼ਾਹ ਹਾਥ ਨਾਮ ਹੈ ਗੁਰਮੁਖੋ ਅੰਤ ਦਾ, ਜਿਸ ਪਰਮਾਤਮਾ ਦਾ ਅੰਤ ਨਹੀਂ ਲੱਭਦਾ ਹੈ। ਕੋਈ ਦੁਨੀਆ ਦਾ ਵਿਅਕਤੀ ਤੁਰ ਪਵੇ ਮੈਂ ਰੱਬ ਦਾ ਅੰਤ ਪਾ ਕੇ ਆਵਾਂ, ਮਹਾਰਾਜ ਕਹਿਣ ਲੱਗੇ ਅੰਤ ਕਾਰਨ ਕੀਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ। ਸਤਿਗੁਰੂ ਪਾਤਸ਼ਾਹ ਜਿਸ ਪਰਮਾਤਮਾ ਦਾ ਅੰਤ ਨਹੀਂ ਲੱਭਦਾ ਹੈ, ਜਿਤ ਸੋ ਹਾਥ ਨਾ ਲੱਭਈ, ਜਿਸ ਪਰਮਾਤਮਾ ਦਾ
ਆਦ ਅੰਤ ਕੋਈ ਲੱਭ ਨਹੀਂ ਸਕਦਾ ਹੈ। ਤੂੰ ਉਹ ਠਰੂਰ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੂੰ ਅਸੀਂ ਉਹੀ ਸਰੂਪ ਠਰੂਰ ਕਹੀਏ ਠਹਿਰਾਇਆ ਹੈ, ਜਾਣਿਆ ਹੈ ਕਿ ਜਿਸ ਪਰਮਾਤਮਾ ਦਾ ਅੰਤ ਨਹੀਂ ਹੈ ਤੁਸੀਂ ਉਸੇ ਹੀ ਪਰਮਾਤਮਾ ਦਾ ਰੂਪ ਹੋ। ਤੁਸੀਂ ਵੀ ਪਰਮਾਤਮਾ ਹੀ ਹੋ। ਨਾ ਪਰਮਾਤਮਾ ਦਾ ਆਦ ਅੰਤ ਹੈ, ਨਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪ ਜੀ ਦਾ ਵੀ ਕੋਈ ਆਦ ਅੰਤ ਨਹੀਂ ਹੈ। ਅਸੀਂ ਤੁਹਾਨੂੰ ਪਰਮਾਤਮਾ ਦਾ ਰੂਪ ਜਾਣਦੇ ਹਾਂ ਕਿਉਂਕਿ ਤੁਹਾਡਾ ਕੋਈ ਅੰਤ ਨਹੀਂ ਹੈ। ਨੌ ਨਿਧ ਨਾਮ ਨਿਧਾਨ ਹੈ। ਜੋ ਪਰਮਾਤਮਾ ਦਾ ਨਾਮ ਹੈ ਨਾ ਗੁਰਮੁਖੋ 9 ਨਿਧੀਆਂ ਦਾ ਖਜ਼ਾਨਾ ਹੈ। ਰਿਧੀਆਂ ਸਿੱਧੀਆਂ ਜਿਹੜੀਆਂ ਨੇ ਥੋੜੀ ਚੀਜ਼ ਨੂੰ ਬਹੁਤਾ ਕਰ ਦੇਣਾ, ਜਿੰਨਾ ਚਿਰ ਮਰਜ਼ੀ ਇਸਤੇਮਾਲ ਕਰੀ ਜਾਣਾ। ਹੋ ਸਕਦਾ ਕਿਸੇ ਵੇਲੇ ਰਿਧੀ ਸਿੱਧੀ ਤੇ ਭਾਵੇਂ ਘਟ ਜਾਵੇ, ਪਰ ਸਤਿਗੁਰੂ ਤੁਹਾਡਾ ਦਿੱਤਾ ਹੋਇਆ ਨਾਮ ਨਹੀਂ ਕਦੇ ਘਟਦਾ ਹੈ। 9 ਨਿਧ ਨਾਮ ਨਿਧਾਨ ਹੈ। ਜੋ ਨਾਮ ਦਾ ਨਿਧਾਨ ਕਹੀਏ ਖਜ਼ਾਨਾ, ਉਹ 9 ਨਿਧੀਆਂ ਹਨ। 9 ਨਿਧੀਆਂ ਦਾ ਖਜ਼ਾਨਾ ਤੁਹਾਡਾ ਨਾਮ ਹੈ। ਐਸੀ ਬਖਸ਼ਿਸ਼ ਆਪ ਕਰਦੇ ਹੋ। ਤੁਧ ਵਿੱਚ ਭਰਪੂਰ ਸਤਿਗੁਰੂ ਆਪ ਜੀ ਦੇ ਵਿੱਚ ਭਰਪੂਰ ਹੋ ਰਿਹਾ ਹੈ। 9 ਨਦੀਆਂ ਦਾ ਖਜ਼ਾਨਾ ਜੋ ਨਾਮ ਹੈ ਨਾ, ਉਹ ਗੁਰੂ ਅੰਗਦ ਦੇਵ ਪਾਤਸ਼ਾਹ ਤੁਹਾਡੇ ਹਿਰਦੇ ਵਿੱਚ ਭਰਪੂਰ ਹੋ ਰਿਹਾ ਹੈ। ਆਪ ਸੰਗਤਾਂ ਵਿੱਚ ਉਹ ਨਾਮ ਦਾ ਖਜ਼ਾਨਾ ਵੰਡਦੇ ਪਏ। ਇਸ ਤਰ੍ਹਾਂ ਗੁਰਮੁਖੋ ਇਹ ਜਿਹੜੇ ਰਾਗੀ ਨੇ ਨਾ ਸੱਤਾ ਤੇ ਭਾਈ ਬਲਵੰਡਾ ਜੀ, ਇਹ ਗੁਰੂ ਪਾਤਸ਼ਾਹ ਦੀ ਸਿਫਤ ਦਾ ਬਚਨ ਕਰਦੇ ਹਨ। ਨਿੰਦਾ ਤੇਰੀ ਜੋ ਕਰੇ ਸਤਿਗੁਰੂ ਜੋ ਤੁਹਾਡੀ ਨਿੰਦਿਆ ਕਰੇਗਾ, ਗੁਰੂ ਦੀ ਤੇ ਨਿੰਦਿਆ ਗੁਰਮੁਖੋ ਨਿੰਦਿਆ ਤੇ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ। ਨਿੰਦਾ ਭਲੀ ਕਿਸੇ ਕੀ ਨਾਹੀ। ਬੰਦਾ ਕੋਈ ਕਿੰਨਾ ਵੀ ਗਿਰਿਆ ਹੋਵੇ, ਕਿੰਨਾ ਵੀ ਮਾੜਾ ਹੋਵੇ, ਨਿੰਦਿਆ ਤੇ ਉਹਦੀ ਵੀ ਨਹੀਂ ਕਰਨੀ ਚਾਹੀਦੀ ਹੈ। ਇਹ ਬਚਨ ਹੈ ਕਿ ਜਿਹੜਾ ਬੰਦਾ ਤੁਸੀਂ ਅੱਖੀਂ ਵੇਖ ਲਿਆ ਨਾ ਮਾੜਾ ਕਰਮ ਕਰਦਾ, ਤੁਸੀਂ ਖੁਦ ਵੇਖਿਆ ਹੈ, ਤੁਹਾਨੂੰ ਯਕੀਨ ਹੈ ਵੀ ਮੈਂ ਵੇਖਿਆ ਹੈ ਵੀ ਇਹ ਬੰਦਾ ਇਹ ਕੰਮ ਕਰਦਾ ਪਿਆ। ਪਾਤਸ਼ਾਹ ਦਾ ਬਚਨ ਇਹ ਹੈ ਵੀ ਨਿੰਦਿਆ ਉਹਦੀ ਵੀ ਨਾ ਕਰ, ਕਿਉਂਕਿ ਉਹਦੇ ਪਾਪ ਦਾ ਜਿਹੜਾ ਫਲ ਉਹਨੂੰ ਮਿਲਣਾ ਹੈ, ਉਹ ਨਿੰਦਿਆ ਕਰਕੇ ਤੇਰੇ ਵਾਲੇ ਪਾਸੇ ਵੀ ਆ ਜਾਣਾ ਹੈ। ਅੱਧਾ ਭਾਈਵਾਲ ਉਹਦਾ ਤੂੰ ਬਣ ਜਾਣਾ ਹੈ ਨਿੰਦਿਆ ਕਰਕੇ। ਕੋਈ ਕਿੰਨਾ ਵੀ ਵਿਅਕਤੀ ਮਾੜਾ ਕਿਉਂ ਨਾ ਹੋਵੇ, ਨਿੰਦਿਆ ਨਾ ਕਰ। ਨਿੰਦਾ ਭਲੀ ਕਿਸੇ ਕੀ ਨਾਹੀ, ਕਿਸੇ ਦੀ ਵੀ ਹੋਵੇ। ਪਰ ਗੁਰਮੁਖੋ 4 ਦਿਨ ਜਦੋਂ ਆਪਾਂ ਬੈਠ ਜਾਂਦੇ ਹਨ, ਹੱਥ ਵਿੱਚ ਚਾਹ ਦਾ ਕੱਪ ਫੜ ਲਈਦਾ ਤੇ ਫਿਰ ਹੋਰ ਤੇ ਗੱਲ ਕੋਈ ਹੈ ਹੀ ਨਹੀਂ ਹੈ। ਫਿਰ ਤੇ ਫਲਾਣੇ ਦਾ ਪਾਪ, ਢਿਮਕੜੇ ਦਾ ਪਾਪ, ਅਸੀਂ ਭਾਪ ਧੋਣ ਲੱਗ ਪੈਂਦੇ ਨਿੰਦਿਆ ਕਰ ਕਰਕੇ। ਬਿਨ ਮਜੂਰੀ ਭਾਰ ਪਹੁੰਚਾਵਣਿਆ ਬਚਨ ਹੈ ਕਿ ਜੇ ਕੋਈ ਆਪਾਂ ਬੱਸ ਗੱਡੀ ਤੇ ਚੜ੍ਹਨਾ ਹੋਵੇ ਨਾ ਤੇ ਉੱਥੇ ਕੁੱਲੀ ਮਿਲ ਜਾਂਦਾ ਹੈ। ਕੁੱਲੀ ਤੁਹਾਡਾ ਭਾਰ ਤਾਂ ਚੁੱਕਦਾ ਹੈ ਜੇ ਤੁਸੀਂ ਉਹਨੂੰ ਪੈਸਾ ਦਿਓਗੇ, ਨਹੀਂ ਤਾਂ ਉਹ ਭਾਰ ਨਹੀਂ ਚੁੱਕੇਗਾ। ਪਰ ਨਿੰਦਕ ਪੁਰਸ਼ ਜਿਹੜਾ ਨਿੰਦਿਆ ਕਰਨ ਵਾਲਾ ਹੈ, ਉਹ ਦੁਨੀਆ ਦਾ ਭਾਰ ਫ੍ਰੀ ਚੁੱਕੀ ਫਿਰਦਾ ਹੈ, ਪੈਸਾ ਵੀ ਨਹੀਂ ਲੈਂਦਾ ਪਿਆ, ਪਰ ਨਿੰਦਿਆ ਕਰ ਕਰਕੇ ਭਾਰ ਵੀ ਚੁੱਕਦਾ ਪਿਆ ਅਗਲੇ ਦਾ। ਇਹ ਨਿੰਦਿਆ ਕਰਨੀ ਬੜੀ ਮਾੜੀ ਹੈ। ਪਰ ਜਦੋਂ ਆਪਾਂ 4 ਸਰੀਰ ਇਕੱਠੇ ਬੈਠ ਜਾਂਦੇ ਹਨ, ਉਦੋਂ ਕੋਈ ਵਿਰਲਾ ਹੈ ਜਿਹੜਾ ਆਖੇਗਾ ਵੀ ਚਲੋ ਭਾਈ ਮੈਂ ਗੁਰਬਾਣੀ ਦਾ ਪਾਠ ਕਰਦਾ ਤੁਸੀਂ ਸੁਣੋ, ਜਾਂ ਆਪਾਂ ਕੋਈ ਰੱਬ ਦੀ ਗੱਲ ਕਰੀਏ। ਨਹੀਂ, ਨਿੰਦਿਆ ਇੱਕ ਨੇ ਸ਼ੁਰੂ ਕੀਤਾ, ਦੂਜਾ ਕਹਿੰਦਾ ਹਾਂ ਮੈਂ ਵੀ ਇਹਦੇ ਉੱਪਰ ਪੋਚਾ ਫੇਰ ਦਿਆਂਗੇ ਤੇ ਪਿੱਛੇ ਹੀ ਨਾ ਰਹਿ ਜਾਵਾਂ। ਦੂਜਾ ਵੀ ਨਿੰਦਿਆ, ਤੀਜਾ ਵੀ ਨਿੰਦਿਆ ਵਾਲਾ ਬਚਨ। ਉਹ ਨਿੰਦਿਆ ਕਰ ਕਰਕੇ ਜਿਹੜਾ ਕੋਈ ਸਾਡਾ ਚੰਗਾ ਕਰਮ ਹੈ ਨਾ, ਰੱਬ ਨੇ ਬਣਾਇਆ, ਕੋਈ ਸੁੱਖ ਦਿੱਤਾ, ਉਹ ਅਸੀਂ ਆਪਣਾ ਸੁੱਖ ਆਪੇ ਹੀ ਗਵਾਉਂਦੇ ਪਏ, ਖਰਾਬ ਕਰਦੇ ਪਏ। ਨਿੰਦਿਆ ਕਰ ਕਰਕੇ ਆਪਣੇ ਕਰਮ ਜਿਹੜੇ ਨੇ ਉਹਨਾਂ ਦਾ ਅਸੀਂ ਬੇੜਾ ਹੀ ਗਰਕ ਕਰਦੇ ਪਏ। ਐਸੀ ਹਾਲਤ ਹੋ ਜਾਂਦੀ ਹੈ। ਸੋ ਨਿੰਦਿਆ ਤੇ ਮਾੜੇ ਪੁਰਸ਼ ਦੀ ਵੀ ਨਹੀਂ ਕਰਨੀ ਚਾਹੀਦੀ ਹੈ। ਪਰ ਇੱਥੇ ਬਚਨ ਆ ਗਿਆ, ਨਿੰਦਾ ਤੇਰੀ ਜੋ ਕਰੈ। ਜਿਹੜਾ ਕੋਈ ਗੁਰੂ ਦੀ ਨਿੰਦਿਆ ਕਰਦਾ ਹੈ ਜਾਂ ਗੁਰੂ ਘਰ ਦੀ ਨਿੰਦਿਆ ਕਰਦਾ ਹੈ, ਜਿਹੜਾ ਕੋਈ ਇਸ ਤਰ੍ਹਾਂ ਦਾ ਪੁਰਸ਼ ਗੁਰੂ ਸਥਾਨ ਦੀ ਨਿੰਦਿਆ ਕਰੇ। ਅੱਜ ਵੈਸੇ ਹਨ ਕੁਝ ਐਸੇ ਲੋਕ ਜਿਹੜੇ ਧਾਰਮਿਕ ਸਥਾਨਾਂ ਦੀ ਨਿੰਦਿਆ ਕਰਦੇ ਪਏ, ਗੁਰੂ ਘਰ ਦੀ ਨਿੰਦਿਆ ਕਰਦੇ, ਜਿਹੜੇ ਐਸੇ ਲੋਕ ਨਿੰਦਕ ਹਨ। ਸੋ ਵੰਜੈ ਚੂਰ। ਚੂਰਨ, ਚੂਰ ਤੋਂ ਭਾਵ ਹੈ ਗੁਰਮੁਖੋ ਚੂਰਨ, ਬਰੀਕ ਹੋ ਜਾਣਾ, ਮਿੱਟੀ ਵਿੱਚ ਮਿਲ ਜਾਣਗੇ। ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਚੂਰਨ ਵਰਗੀ ਬਣ ਜਾਏਗੀ, ਪੀਸੇ ਜਾਣਗੇ ਰੱਬ ਦੀ ਦਰਗਾਹ ਵਿੱਚ। ਨਿੰਦਾ ਤੇਰੀ ਜੋ ਕਰੈ। ਗੁਰੂ ਅੰਗਦ ਦੇਵ ਪਾਤਸ਼ਾਹ ਜੋ ਤੁਹਾਡੀ ਲੋਕ ਨਿੰਦਿਆ ਕਰਨਗੇ, ਗੁਰੂ ਘਰ ਦੀ ਨਿੰਦਿਆ ਕਰਨਗੇ, ਗੁਰੂ ਕਿਆਂ ਸਿੱਖਾਂ ਦੀ ਨਿੰਦਿਆ ਕਰਨਗੇ, ਸੋ ਵੰਜੈ ਚੂਰ, ਉਹ ਚੂਰਨ ਦੇ ਵਾਂਗ ਹੀ ਹੋ ਜਾਣਗੇ, ਬਰਬਾਦ ਹੋ ਜਾਣਗੇ, ਮਿੱਟੀ ਵਿੱਚ ਮਿਲ ਜਾਣਗੇ। ਐਸੀ ਹਾਲਤ ਬਣ ਜਾਂਦੀ ਹੈ। ਨੇੜਾ ਦਿਸੈ ਤਾਂ ਮਾਤ ਲੋਕ। ਸਤਿਗੁਰੂ ਪਾਤਸ਼ਾਹ ਜੀ ਅਸੀਂ ਜਿਹੜੇ ਮਾਤ ਲੋਕ ਵਿੱਚ ਰਹਿਣ ਵਾਲੇ ਲੋਕ ਹਾਂ, ਜਿੱਥੇ ਆਪਾਂ ਰਹਿੰਦੇ ਪਏ ਨਾ, ਇਸ ਸੰਸਾਰ ਨੂੰ ਮਾਤ ਲੋਕ ਕਿਹਾ ਜਾਂਦਾ ਹੈ। ਮਹਾਰਾਜ ਸਾਹਿਬ ਜੀ ਅਸੀਂ ਮਾਤ ਲੋਕ ਵਿੱਚ ਰਹਿਣ ਵਾਲੇ ਜਿੰਨੇ ਲੋਕ ਹਾਂ,
ਨੇੜੇ ਦਿਸੈ ਸਾਡੀ ਦ੍ਰਿਸ਼ਟੀ ਬੜੀ ਛੋਟੀ ਹੈ। ਸਾਨੂੰ ਇਹ ਪਤਾ ਵੀ ਮੈਂ ਅੱਜ ਆਹ ਕਰਨਾ ਹੈ, ਮੇਰੇ ਪੁੱਤਰਾਂ ਵਾਸਤੇ ਇਹ ਹੋ ਜਾਵੇ। ਅਸੀਂ ਸਾਡਾ ਦਾਇਰਾ ਬੜਾ ਛੋਟਾ ਜਿਹਾ ਹੀ ਹੈ, ਬਹੁਤੀ ਵੱਡੀ ਨਹੀਂ ਹੈ ਸਾਡੀ ਮੱਤ। ਜੇ ਸਾਡੀ ਮੱਤ ਵੱਡੀ ਹੋਵੇ ਤੇ ਫਿਰ ਅਸੀਂ ਨਾਮ ਨਾ ਜਪੀਏ। ਅਸੀਂ ਕਦੇ ਇਹ ਨਾ ਸੋਚੀਏ ਵੀ ਮੈਂ ਭਲਾ ਕਰ ਲਵਾਂ। ਅਨੰਤ ਕਰੋੜਾਂ ਸਾਲਾਂ ਬਾਅਦ, ਅਰਬਾਂ ਖਰਬਾਂ ਸਾਲਾਂ ਬਾਅਦ ਸਾਨੂੰ ਜਾ ਕੇ ਮਨੁੱਖਾ ਸਰੀਰ ਮਿਲਿਆ ਹੈ। ਮਿਲਿਆ ਕਾਹਦੇ ਵਾਸਤੇ ਸੀ? ਨਾਮ ਜਪਣ ਵਾਸਤੇ। ਪਰ ਸਾਨੂੰ ਉਹ ਚੇਤਾ ਹੀ ਭੁੱਲ ਗਿਆ ਵੀ ਇੰਨੇ ਸਾਲਾਂ ਬਾਅਦ, ਇੰਨੇ ਯੁੱਗਾਂ ਬਾਅਦ ਮੈਂ ਮਨੁੱਖ ਬਣਿਆ ਹਾਂ, ਮੈਂ ਨਾਮ ਜਪ ਕੇ ਤੇ ਜੂਨਾਂ ਵਿੱਚੋਂ ਮੁਕਤ ਹੋ ਜਾਵਾਂ। ਪਰ ਨਹੀਂ ਨਾਮ ਜਪਿਆ। ਅਸੀਂ ਦੁਨੀਆ ਵਿੱਚ ਆ ਕੇ ਵੀ ਪਦਾਰਥ ਹੀ ਇਕੱਠਾ ਕਰਦੇ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਪਾਤਸ਼ਾਹ ਜੀ ਨੇੜੇ ਦਿਸੈ, ਸਾਡੀ ਸੋਚ ਬੜੀ ਛੋਟੀ ਹੈ, ਦਾਇਰਾ ਹੀ ਬੜਾ ਛੋਟਾ ਹੈ। ਅਸੀਂ ਨੇੜੇ ਨੇੜੇ ਹੀ ਵੇਖਦੇ ਵੀ ਇਸ ਜਨਮ ਦੇ ਵਿੱਚ ਆਹ ਸੁੱਖ ਲੈ ਲਈਏ, ਆਹ ਸੁੱਖ ਲੈ ਲਈਏ, ਆਹ ਵਿਸ਼ੇ ਵਿਕਾਰ ਭੋਗ ਲਈਏ। ਮਹਾਰਾਜ ਸਾਡੀ ਮੱਤ ਬੜੀ ਥੋੜ੍ਹੀ ਹੈ, ਸਾਡਾ ਸੋਚਣ ਦਾ ਦਾਇਰਾ ਬੜਾ ਛੋਟਾ ਹੈ। ਅਸੀਂ ਤੇ ਪੜ੍ਹਾਈ ਦੇ ਪਿੱਛੇ, ਨੌਕਰੀ ਪਿੱਛੇ, ਸੰਸਾਰ ਵਿੱਚ ਨਾਮ ਕਮਾਉਣ ਪਿੱਛੇ, ਕੁਰਸੀ ਖੋਹਣ ਪਿੱਛੇ, ਕੁਰਸੀ ਲੈਣ ਪਿੱਛੇ ਭੱਜੇ ਫਿਰਦੇ ਹਰ ਵੇਲੇ। ਉਹਦਾ ਕਾਰਨ ਇਹ ਹੈ ਕਿ ਪਾਤਸ਼ਾਹ ਸਾਡੀ ਸੋਚ ਬੜੀ ਛੋਟੀ ਹੈ, ਬੜੀ ਨੀਵੀਂ ਹੈ। ਜਿਸ ਕੰਮ ਵਾਸਤੇ ਆਏ ਸੀ ਉਹ ਕੰਮ ਨਹੀਂ ਕੀਤਾ ਹੈ। ਪਾਤਸ਼ਾਹ ਨੇੜੇ ਦਿਸੈ ਮਾਤ ਲੋਕ, ਸਾਨੂੰ ਮਾਤ ਲੋਕ ਦੇ ਜੀਵਾਂ ਨੂੰ ਨੇੜੇ ਹੀ ਦਿਸਦਾ ਹੈ, ਥੋੜਾ ਹੀ। ਸਾਨੂੰ ਕੋਈ ਬਹੁਤਾ ਗਿਆਨ ਨਹੀਂ ਹੈ। ਤੁਧ ਸੁਝੈ ਦੂਰ। ਪਰ ਪਾਤਸ਼ਾਹ ਜੀ ਆਪ ਜੀ ਦੀ ਦ੍ਰਿਸ਼ਟੀ ਦੀਰਘ ਹੈ, ਆਪ ਜੀ ਦੀ ਦ੍ਰਿਸ਼ਟੀ ਦੂਰ ਤੱਕ ਹੈ ਕਿ ਸਿੱਖਾਂ ਨੂੰ ਨਾਮ ਕਿਵੇਂ ਜਪਾਉਣਾ ਹੈ, ਇਹਨਾਂ ਦੇ ਕੋਲੋਂ ਬੰਦਗੀ ਕਿਵੇਂ ਕਰਾਉਣੀ ਹੈ, ਇਹਨਾਂ ਦਾ ਭਲਾ ਕਿਵੇਂ ਕਰਨਾ ਹੈ, ਇਹਨਾਂ ਨੂੰ ਮੁਕਤੀ ਕਿਵੇਂ ਦੇਣੀ ਹੈ। ਪਾਤਸ਼ਾਹ ਜੀ ਆਪ ਜੀ ਨੂੰ ਸੁਝੈ ਦੂਰ, ਆਪ ਵੱਡੀ ਦ੍ਰਿਸ਼ਟੀ ਦੇ ਮਾਲਕ ਹੋ। ਦੂਰ ਤੱਕ ਪਾਤਸ਼ਾਹ ਸਾਡੇ ਭਲੇ ਵਾਸਤੇ ਆਪ ਸੋਚਦੇ ਹੋ, ਐਸੀ ਆਪ ਬਖਸ਼ਿਸ਼ ਕਰਦੇ ਹੋ। ਫਿਰ ਮਹਾਰਾਜ ਸਾਹਿਬ ਜੀ ਉਸ ਵੇਲੇ ਇਸੇ ਸ਼ਬਦ ਨੂੰ ਬਖਸ਼ਦੇ ਹਨ। ਫੇਰ ਵਸਾਇਆ ਫੇਰ ਆਣ। ਪਿਛਲੀ ਪੰਕਤੀ ਪੜੋ, ਪਿੱਛੇ ਵਾਲੀ। ਨੇੜੇ ਦਿਸੈ, ਨੇੜੇ ਦਿਸੈ ਮਾਤ ਲੋਕ, ਤੁਝ ਸੁਝੈ ਦੂਰ। ਸਤਿਗੁਰੂ ਪਾਤਸ਼ਾਹ ਦੇ ਅੱਗੇ ਬਚਨ ਕਰਦੇ ਪਏ ਮਹਾਰਾਜ ਸਾਹਿਬ ਜੀ, ਇਹ ਜਿਹੜੇ ਸੰਸਾਰੀ ਲੋਕ ਨੇ, ਇਹਨਾਂ ਦੀ ਹਾਲਤ ਕਿਹੋ ਜਿਹੀ ਹੈ? ਨੇੜੇ ਦਿਸੈ, ਸਾਨੂੰ ਨੇੜੇ ਹੀ ਦਿਸਦਾ ਸੀ ਵੀ ਬਹੁਤੀ ਮਾਇਆ, ਬਹੁਤੀ ਮਾਇਆ। ਇਹ ਭੱਟ ਜਿਹੜੇ ਨੇ, ਇਹ ਰਾਗੀ ਆਪਣੇ ਬਾਰੇ ਕਹਿ ਰਹੇ ਵੀ ਮਹਾਰਾਜ ਸਾਨੂੰ ਤੇ ਨੇੜੇ ਹੀ ਦਿਸਦਾ ਸੀ ਵੀ ਸਭ ਕੁਝ ਲੈ ਲਈਏ, ਪਰ ਤੁਧ ਸੁਝੈ ਦੂਰ, ਤੁਹਾਨੂੰ ਪਤਾ ਸੀ ਵੀ ਇਹ ਪਦਾਰਥਾਂ ਨੇ ਸਾਨੂੰ ਖਰਾਬ ਕਰ ਦੇਣਾ ਹੈ। ਤੁਸੀਂ ਇਸ ਗੱਲ ਨੂੰ ਜਾਣਦੇ ਹੋ, ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਹੈ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ। ਨੇੜੇ ਦਿਸੈ ਮਾਤ ਲੋਕ, ਤੁਧ ਸੁਝੈ ਦੂਰ। ਸਤਿਗੁਰੂ ਪਾਤਸ਼ਾਹ ਜੀ ਇਹ ਜਿਹੜਾ ਮਾਤ ਲੋਕ ਹੈ, ਨੇੜੇ ਦਿਸਦਾ ਪਿਆ ਨਾ, ਗੁਰੂ ਅੰਗਦ ਦੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਕੇ ਇਹ ਦੂਰ ਹੋ ਜਾਂਦਾ ਹੈ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਗੁਰੂ ਅੰਗਦ ਸਾਹਿਬ ਦੀ ਸੋਭਾ ਕਰਦੇ ਪਏ ਭਾਈ ਸੱਤਾ ਤੇ ਬਲਵੰਡਾ। ਪਾਤਸ਼ਾਹ ਇਹ ਜੋ ਮਾਤ ਲੋਕ ਨੇੜੇ ਦਿਸਦਾ ਪਿਆ ਨਾ, ਆਪ ਜੀ ਦੇ ਦਰਸ਼ਨ ਐਸੇ ਬਖਸ਼ਿਸ਼ ਵਾਲੇ ਨੇ, ਜਿਹੜਾ ਦਰਸ਼ਨ ਕਰ ਲੈਂਦਾ ਹੈ ਉਸ ਦੀ ਆਤਮ ਵਿਸ਼ੈਣੀ ਮੱਤ ਹੋ ਜਾਂਦੀ, ਉਹ ਗਿਆਨੀ ਬਣ ਜਾਂਦਾ ਹੈ। ਐਸਾ ਬ੍ਰਹਮ ਗਿਆਨੀ ਬਣਾ ਦਿੰਦੇ ਹੋ। ਤੁਧ ਸੁਝੈ ਦੂਰ, ਆਪ ਜੀ ਦੇ ਦਰਸ਼ਨ ਕਰਕੇ ਇਹ ਮਾਤ ਲੋਕ ਹੁਣ ਦੂਰ ਦਿਸਣ ਲੱਗ ਪਿਆ। ਮੈਂ ਨਾਹੀ ਕਿਛ ਹਉ ਨਾਹੀ ਕਿਛ ਆਹੇ ਨਾ ਮੋਰਾ, ਇਹ ਅਵਸਥਾ ਬਣ ਗਈ ਵੀ ਮੈਂ ਕੁਝ ਨਹੀਂ ਹਾਂ, ਇਹ ਦੁਨੀਆ ਵਿੱਚ ਮੇਰਾ ਕੁਝ ਨਹੀਂ ਹੈ। ਐਸੀ ਅਵਸਥਾ ਮਹਾਰਾਜ ਸੁਝੈ ਦੂਰ, ਤੁਹਾਡੇ ਦਰਸ਼ਨ ਕਰਕੇ ਸਭ ਦੁਨੀਆ ਦੇ ਮੋਹ ਮਮਤਾ ਪਦਾਰਥ ਦੂਰ ਹੋ ਜਾਂਦੇ ਹਨ। ਫੇਰ ਵਸਾਇਆ ਫੇਰ ਆਣ। ਬਾਬਾ ਫੇਰੂ ਮੱਲ ਜੀ ਹੋਏ ਨੇ, ਉਹਨਾਂ ਦੇ ਆਣ ਕਹੀਏ ਸਪੁੱਤਰ ਨੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ। ਆਪ ਜੀ ਨੇ ਫਿਰ ਇਸ ਖਡੂਰ ਸਾਹਿਬ ਦੀ ਧਰਤੀ ਵਿੱਚ ਚਰਨ ਪਾ ਕੇ, ਪਹਿਲਾਂ ਆਪ ਜੀ ਕਰਤਾਰਪੁਰ ਗਏ, 7 ਸਾਲ ਸੇਵਾ ਕੀਤੀ, ਉੱਥੋਂ ਆ ਕੇ ਖਡੂਰ ਸਾਹਿਬ ਵਿੱਚ ਦੁਬਾਰਾ ਚਰਨ ਪਾ ਕੇ ਇਸ ਨੂੰ ਮਹਾਰਾਜ ਆਪ ਜੀ ਨੇ ਨਵਾਜਿਆ ਹੈ। ਖਹਿਰੇ ਜੱਟਾਂ ਨੇ ਆਖਿਆ ਮਹਾਰਾਜ ਮੀਂਹ ਨਹੀਂ ਪੈਂਦਾ, ਨਗਰੋਂ ਬਾਹਰ ਨਿਕਲ ਜਾਓ। ਆਪ ਚਲੇ ਗਏ। ਮੀਂਹ ਪੈਣ ਤੋਂ ਬਾਅਦ ਵਿੱਚ ਫਿਰ ਬੇਨਤੀ ਕਰਕੇ ਦੁਬਾਰਾ ਫਿਰ ਲੈ ਕੇ ਆਂਦਾ। ਫਿਰ ਆਪ ਜੀ ਨੇ ਇਸ ਖਡੂਰ ਸਾਹਿਬ ਨਗਰ ਤੇ ਬਖਸ਼ਿਸ਼ਾਂ ਕੀਤੀਆਂ। ਸਤਿਗੁਰ ਖਡੂਰ। ਐ ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਜੀ, ਆਪ ਜੀ ਇਸ ਤਰ੍ਹਾਂ ਖਡੂਰ ਸਾਹਿਬ ਨੂੰ ਨਿਵਾਜਦੇ ਪਏ ਹੋ। ਸੋ ਗੁਰਮੁਖੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਭਾਈ ਸੱਤਾ ਤੇ ਬਲਵੰਡਾ,
ਇਸ ਪੌੜੀ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਿਫਤ ਕੀਤੀ। ਇਹ 5ਵੀਂ ਪੌੜੀ ਹੈ। ਹੁਣ 6ਵੀਂ ਪੌੜੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਕਰਨਗੇ, ਜੋ ਆਪਾਂ ਕੱਲ ਨੂੰ ਫਿਰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਸੋ ਇਸ ਕਥਾ ਨੂੰ ਆਪ ਸੰਗਤਾਂ ਚੈਨਲ ਦੇ ਰਾਹੀਂ ਵੀ ਸੁਣ ਕੇ, ਆਪਣੇ ਘਰਾਂ ਵਿੱਚ ਬੈਠ ਕੇ ਵੀ ਸੁਣ ਸਕਦੇ ਹੋ। ਇਹ ਹਰ ਰੋਜ਼ ਰਿਕਾਰਡਿੰਗ ਕੀਤੀ ਜਾਂਦੀ ਹੈ। ਅੱਗੇ ਸੰਗਤਾਂ ਵਿੱਚ ਵੰਡ ਕੇ ਵੀ ਲਾਹੇ ਪ੍ਰਾਪਤ ਕਰਨਾ ਕਰੋ। ਨੇੜਾ ਦਿਸੈ ਮਾਤ ਲੋਕ, ਤੁਧ ਸੁਜੈ ਦੂਰ। ਫੇਰ ਵਸਾਇਆ ਫੇਰਵਾਨ, ਸਤਿਗੁਰੂ ਖਾਡੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।